वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जुड़ चुके हो इस ऑनलाइन गुरमत क्लास विच, जिस विच आपां पिछले दिनों तो धन सतगुरु श्री गुरु ग्रंथ साहब जी के बारे जानकारी जिहड़ी है वो साझी कर रहे हैं। धन गुरु ग्रंथ साहब जी दे विच भगतां भट्टां गुरु साहिबानां गुरसिखां की जो बाणी है उसदे बारे विचार चर्चा पिछले दिनों तो चल रही है। ਤੇ ਸਾਧ ਸੰਗਤ ਆਪਾਂ ਇਹ ਵਿਚਾਰ ਹੁਣ ਤੱਕ ਬਾਬਾ ਫਰੀਦ ਜੀ ਦੇ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਹੈ ਉਹਨਾਂ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਭਾਵ ਗੁਰੂ ਸਾਹਿਬਾਨ 6 ਹੋਏ ਆ, ਉਹਨਾਂ ਦੇ ਜੀਵਨ ਤੇ ਬਾਣੀ ਬਾਰੇ ਵਿਚਾਰ ਹੋ ਚੁੱਕੀ ਹੈ। 15 ਭਗਤ ਹੋਏ ਆ ਤੇ 15 ਭਗਤਾਂ ਦੇ ਜੀਵਨ ਬਾਰੇ ਤੇ ਬਾਣੀ ਬਾਰੇ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ ਆਪਾਂ ਭੱਟਾਂ ਦਾ ਜੋ ਜੀਵਨ ਹੈ ਉਹ ਵਿਚਾਰਨਾ ਹੈ ਕਿ ਭੱਟ ਸਾਹਿਬਾਨ ਕੌਣ ਸਨ, ਕਿਵੇਂ ਗੁਰੂ ਸਾਹਿਬਾਨ ਦੇ ਕੋਲ ਆਏ, ਕੀ ਇੱਛਾ ਲੈ ਕੇ ਆਏ ਤੇ ਕੀ ਪ੍ਰਾਪਤੀ ਹੋਈ, ਤੇ ਕਿੰਨੀ ਬਾਣੀ ਇਹਨਾਂ ਨੇ ਰਚੀ ਹੈ ਤੇ ਉਹ ਬਾਣੀ ਦਾ ਕੀ ਸਰੂਪ ਹੈ, ਕੀ ਸਿਧਾਂਤ ਹੈ, ਉਹ ਆਪਾਂ ਅੱਜ ਦੀ ਇਸ ਕਲਾਸ ਦੇ ਵਿੱਚ ਵਿਚਾਰਨ ਦਾ ਯਤਨ ਕਰਨਾ ਹੈ। ਸੋ ਸਾਧ ਸੰਗਤ, ਭੱਟਾਂ ਦੀ ਗਿਣਤੀ ਬਾਰੇ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਨੀ ਹੈ, ਫਿਰ ਉਸ ਤੋਂ ਬਾਅਦ ਆਪਾਂ ਭੱਟ ਕੀ ਹੁੰਦੇ ਆ ਉਹਦੇ ਬਾਰੇ ਵਿਚਾਰ ਕਰਾਂਗੇ। ਸਾਧ ਸੰਗਤ, 11 ਭੱਟਾਂ ਦੀ ਜਿਹੜੀ ਗੱਲ ਆ ਉਹ ਪ੍ਰਪੱਖ ਹੋਈ ਹੈ, ਪੱਕਾ ਹੋਇਆ ਵਿਦਵਾਨਾਂ ਦੇ ਵਿੱਚ ਕਿ 11 ਭੱਟ ਹਨ ਗਿਣਤੀ ਵਿੱਚ, ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਪਰ ਜੋ ਸੰਪਰਦਾਇ ਵਿਦਵਾਨ ਹਨ ਜਾਂ ਜੋ ਕਵੀ ਸੰਤੋਖ ਸਿੰਘ ਜੀ ਹਨ ਜਾਂ ਹੋਰ ਇਸ ਤਰ੍ਹਾਂ ਵਿਦਵਾਨ ਹਨ, ਉਹ ਗਿਣਤੀ 17 ਮੰਨਦੇ ਆ। ਭਾਈ ਵੀਰ ਸਿੰਘ ਜੀ ਨੇ ਵੀ ਗਿਣਤੀ 17 ਮੰਨੀ ਹੈ। ਪਰ ਜਦੋਂ ਅਸੀਂ ਭੱਟ ਬਾਣੀ ਨੂੰ ਪੜ੍ਹਦੇ ਹਾਂ ਤੇ ਸਾਨੂੰ ਜੋ ਅੰਕਿਤ ਅੰਕ ਲਿਖੇ ਹੁੰਦੇ ਆ ਨਾ ਜੋ ਗੁਰਬਾਣੀ ਦੇ, ਜਿਵੇਂ ਹਰ ਸ਼ਬਦ ਖਤਮ ਹੋਣ ਤੋਂ ਬਾਅਦ ਉਹਦੇ ਅਖੀਰ ਦੇ ਉੱਤੇ ਅੰਕ ਲਿਖਿਆ ਹੁੰਦਾ ਹੈ ਤੇ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿਹੜੇ ਗੁਰੂ ਦੀ ਕਿਹੜੇ ਭਗਤ ਦੀ ਬਾਣੀ ਹੈ ਤੇ ਕਿੰਨੀ ਹੈ। ਉੱਥੇ ਗਿਣਤੀ ਮਹਾਰਾਜ ਨੇ ਮੁਕਰਰ ਕੀਤੀ ਹੈ, ਪੱਕੀ ਉੱਤੇ ਲਿਖੀ ਹੁੰਦੀ ਹੈ ਧੰਨ ਗੁਰੂ ਅਰਜਨ ਦੇਵ ਜੀ ਨੇ। ਤੇ ਉਹ ਜਦੋਂ ਅੰਕਾਂ ਦਾ ਵੇਰਵਾ, ਜਦੋਂ ਅੰਕਾਂ ਨੂੰ ਗਿਣੀਦਾ ਹੈ, ਉਹਨਾਂ ਤੋਂ ਹਿਸਾਬ ਲਾਈਦਾ ਹੈ ਤੇ ਇਹ ਗੱਲ ਸਹਿਜੇ ਹੀ ਪਤਾ ਲੱਗ ਜਾਂਦੀ ਹੈ ਕਿ ਭੱਟ ਗਿਣਤੀ ਦੇ ਵਿੱਚ 11 ਸਨ। ਪਰ ਜਦੋਂ ਉਹ ਰਚਨਾ ਕਰਦੇ ਆ ਤੇ ਰਚਨਾ ਦੇ ਵਿੱਚ ਆਪਣਾ ਨਾਮ ਜਿਹੜਾ ਹੈ ਉਹ ਬਦਲ ਕੇ ਦਿੰਦੇ ਆ, ਜਿਹਦਾ ਕਰਕੇ ਇਹਨਾਂ ਦੀ ਗਿਣਤੀ 17 ਵੀ ਮੰਨੀ ਗਈ ਹੈ, ਕੁਝ ਨੇ 19 ਵੀ ਮੰਨੀ, ਪਰ ਜ਼ਿਆਦੀ ਪ੍ਰਮਾਣਿਕਤਾ ਜਿਹੜੀ ਹੈ ਉਹ 11 ਤੇ ਟਿਕੀ ਹੋਈ ਹੈ ਕਿ ਭੱਟ 11 ਹੋਏ ਆ। ਸੋ ਸਾਧ ਸੰਗਤ, ਭੱਟ ਦਾ ਆਖਰੀ ਸ਼ਬਦ ਦਾ ਅਰਥ ਕੀ ਹੁੰਦਾ ਹੈ, ਇਹਨੂੰ ਆਪਾਂ ਹੁਣ ਥੋੜ੍ਹਾ ਜਿਹਾ ਵਿਚਾਰਦੇ ਹਾਂ ਕਿ ਅਸਲ ਭੱਟ ਕਹਿੰਦੇ ਕਿਹਨੂੰ। ਸਾਧ ਸੰਗਤ, ਭੱਟ ਜਿਹੜੇ ਸੀ ਇਹ ਲੋਕ ਜਿਹੜੇ ਸਨ ਇਹ ਆਪਣੇ ਆਪ ਦੇ ਵਿੱਚ ਕਵੀ ਹੁੰਦੇ ਸਨ ਤੇ ਇਹ ਜਿਹੜੇ ਕਵੀ ਸਨ ਇਹ ਵੱਖ-ਵੱਖ ਰਚਨਾਵਾਂ ਲਿਖਦੇ ਤੇ ਉਹਨਾਂ ਨੂੰ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਵਿੱਚ ਗਾਉਂਦੇ ਸਨ। ਜਾਤ ਦੇ ਬ੍ਰਾਹਮਣ ਹੁੰਦੇ ਸਨ ਤੇ ਇਹਨਾਂ ਦਾ ਜਿਹੜਾ ਕਿੱਤਾ ਸੀ ਇਹੀ ਸੀ ਕਿ ਕਿਸੇ ਵੀ ਰਾਜੇ ਦੀ ਜਾਂ ਕਿਸੇ ਵੱਡੇ ਉੱਚੇ ਅਮੀਰ ਦੀ ਕੋਈ ਰਚਨਾ ਉਹਦੇ ਬਾਰੇ ਲਿਖ ਕੇ ਉਹਦੇ ਪਿਛੋਕੜ ਬਾਰੇ ਜਾਂ ਉਹਦੇ ਬਾਰੇ ਸਾਰੀ ਜਾਣਕਾਰੀ ਲੈ ਕੇ ਤੇ ਉਹਦੀ ਉਸਤਤ ਦੇ ਵਿੱਚ ਉਹ ਰਚਨਾ ਲਿਖ ਕੇ ਤੇ ਉਹਨੂੰ ਸੁਣਾਉਣੀ। ਤੇ ਉਹ ਸੁਣਾਉਣ ਤੋਂ ਬਾਅਦ ਜੋ ਵੀ ਰਾਜੇ ਦੇ ਕੋਲੋਂ ਜਾਂ ਜਿਸ ਅਮੀਰ ਦੇ ਪਰਥਾਈ ਲਿਖਦੇ ਉਹਦੇ ਕੋਲੋਂ ਜੋ ਵੀ ਧਨ ਪਦਾਰਥ ਮਿਲਦਾ ਉਹਦੇ ਨਾਲ ਹੀ ਆਪਣਾ ਜਿਹੜਾ ਸੀ ਜੀਵਨ ਬਸਰ ਕਰਦੇ ਸਨ। ਇਸ ਤਰ੍ਹਾਂ ਇਹ ਜਿਹੜੇ ਭੱਟ ਹਨ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਪ੍ਰਕਾਰ ਦੇ ਕਵੀ ਹੋਏ ਆ ਜਿਨ੍ਹਾਂ ਨੇ ਰਚਨਾਵਾਂ ਜਿਹੜੀਆਂ ਉਹ ਲਿਖੀਆਂ। ਇਹਦੇ ਨਾਲ ਹੀ ਇਹ ਮੰਨਿਆ ਜਾਂਦਾ ਹੈ ਕਿ ਇਹ ਜਿਹੜੇ ਭੱਟ ਹੋਏ ਆ, ਜਿਹੜੇ 11 ਭੱਟ ਗੁਰੂ ਸਾਹਿਬਾਨ ਦੇ ਚਰਨਾਂ 'ਚ ਜਿਹੜਾ ਟੋਲਾ ਆਇਆ, ਹੋਰ ਵੀ ਭੱਟ ਬਹੁਤ ਹੋਣਗੇ ਜਿਹੜੇ ਉਸਤਤਾਂ ਕਰਦੇ ਆ ਰਾਜਿਆਂ ਦੇ ਦਰਬਾਰਾਂ ਦੇ ਵਿੱਚ, ਪਰ ਇਹ ਮੰਨਿਆ ਜਾਂਦਾ ਹੈ, ਕਿਹਾ ਜਾਂਦਾ ਹੈ, ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਇਹ ਜਿਹੜੇ ਭੱਟ ਸਨ ਇਹ 11 ਭੱਟ ਜਿਹੜੇ ਗੁਰੂ ਸਾਹਿਬਾਨਾਂ ਦੇ ਕੋਲ ਆਏ ਜਾਂ 17 ਜਿਨ੍ਹਾਂ ਦੀ ਗਿਣਤੀ ਇਹਨਾਂ ਨੇ ਕੀਤੀ ਹੈ, ਉਹ ਕਹਿੰਦੇ ਕਿ ਇਹ ਅਸਲ ਦੇ ਵਿੱਚ ਬ੍ਰਹਮਾ ਅਤੇ ਵੇਦ ਸਨ। ਬ੍ਰਹਮਾ ਜਿਹਨੇ ਵੇਦ ਰਚੇ ਤੇ 4 ਵੇਦ ਇਹ ਸਨ। ਤੇ ਕਹਿੰਦੇ ਕਿ ਇੱਕ ਵਾਰੀ ਪਰਮੇਸ਼ਰ ਇਹਨਾਂ ਦੇ ਕੋਲ ਗਏ
ਤੇ ਇਹਨਾਂ ਨੇ ਉੱਠ ਕੇ ਨਮਸਕਾਰ ਨਹੀਂ ਕੀਤੀ ਹੰਕਾਰ ਦੇ ਵਿੱਚ ਆ ਕੇ। ਬ੍ਰਹਮਾ ਨੇ ਤੇ ਇਹਦੇ 4 ਵੇਦਾਂ ਨੇ ਜਦੋਂ ਨਮਸਕਾਰ ਨਾ ਕੀਤੀ ਤੇ ਪਰਮੇਸ਼ਰ ਨੇ ਕਿਹਾ ਤੇ ਇਹਦੀ ਉਲੰਘਣਾ ਹੋ ਗਈ। ਇਹ ਤੇ ਧਰਮ ਦੀ ਉਲੰਘਣਾ ਹੈ ਕਿ ਮੈਨੂੰ ਨਮਸਕਾਰ ਦੀ ਭੁੱਖ ਨਹੀਂ, ਪਰ ਇਹਨਾਂ ਨੇ ਵੇਦ ਰਚ ਕੇ ਆਪਣੇ ਆਪ ਦੇ ਵਿੱਚ ਬ੍ਰਹਮੇ ਨੇ ਵੀ ਜਿਹੜਾ ਹੈ ਉਹ ਆਪਣੇ ਆਪ ਨੂੰ ਵੱਡਾ ਦਰਸਾਇਆ ਮੇਰੇ ਤੋਂ। ਤੇ ਫਿਰ ਜਿਹੜੇ ਵੇਦ ਲਿਖੇ ਆ ਵੀ ਆਪਣੇ ਆਪ ਨੂੰ ਮੇਰੇ ਤੋਂ ਵੱਡਾ ਕਹਿੰਦੇ ਇਸ ਹਿਸਾਬ ਦੇ ਨਾਲ। ਤੇ ਫਿਰ ਉਹਨਾਂ ਨੇ ਕਹਿ ਦਿੱਤਾ ਪਰਮੇਸ਼ਰ ਨੇ ਕਿ ਜਾਓ ਤੁਸੀਂ ਧਰਤੀ ਤੇ ਜਨਮ ਲਾਓਗੇ। ਤੇ ਜਦੋਂ ਇਹ ਗੱਲ ਸੁਣੀ ਤੇ ਸਾਰੇ ਫਿਰ ਚਰਨੀ ਪੈ ਗਏ ਕਿ ਸਾਨੂੰ ਬਖਸ਼ ਲਓ, ਅਸੀਂ ਧਰਤੀ ਤੇ ਜਾਣਾ ਨਹੀਂ ਚਾਹੁੰਦੇ। ਤੇ ਫਿਰ ਉਸ ਸਮੇਂ ਪਰਮੇਸ਼ਰ ਨੇ ਕਿਹਾ ਕਿ ਭਾਈ ਤੁਸੀਂ ਇੰਝ ਗੱਲ ਹੈ ਕਿ ਧਰਤੀ ਤੇ ਹੁਣ ਤੁਹਾਨੂੰ ਜਾਣਾ ਪੈਣਾ ਹੈ। ਤੇ ਫਿਰ ਇਹਨਾਂ ਕਿਹਾ ਸਾਡੀ ਕਲਿਆਣ ਕਿਵੇਂ ਹੋਏਗੀ। ਤੇ ਇਹਨਾਂ ਨੇ ਜਦੋਂ ਕਲਿਆਣ ਦੀ ਗੱਲ ਪੁੱਛੀ ਤੇ ਫਿਰ ਉਸ ਸਮੇਂ ਪਰਮੇਸ਼ਰ ਨੇ ਕਿਹਾ ਭਾਈ ਤੁਹਾਡੀ ਕਲਿਆਣ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਕਰਨਗੇ ਤੁਹਾਡੀ ਕਲਿਆਣ। ਇਸ ਤਰ੍ਹਾਂ ਫਿਰ ਇਹ ਜਿਹੜੇ 11 ਭੱਟ ਆ ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲ ਭੱਟ ਕੱਲ ਸਹਾਰ ਦੀ ਅਗਵਾਈ ਦੇ ਵਿੱਚ ਆਉਂਦੇ ਆ। ਕੁਝ ਮੰਨਦੇ ਆ ਕਿ ਭੱਟ ਭਿਖਾਰੀ ਦੀ ਅਗਵਾਈ 'ਚ ਆਉਂਦੇ ਆ, ਪਰ ਜਿਹੜੇ ਭੱਟ ਭਿਖਾ ਸਨ ਉਹਨਾਂ ਦੇ 2 ਸ਼ਬਦ ਹੋਣ ਕਰਕੇ ਇਹ ਵੀ ਮੰਨਿਆ ਜਾਂਦਾ ਕਿ ਉਹ ਬਜ਼ੁਰਗ ਸਨ, ਇਸ ਕਰਕੇ ਉਹਨਾਂ ਦੀ ਅਗਵਾਈ ਦੇ ਵਿੱਚ ਆਏ। ਤੇ ਕੁਝ ਇਹ ਮੰਨਦੇ ਆ ਕਿ ਭੱਟ ਕੱਲ ਸਹਾਰ ਜਿਹੜੇ ਸਨ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਜਿਹੜੇ ਇਹ ਭੱਟ ਸਨ ਇਹ ਜਦੋਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰਤਾ ਗੱਦੀ ਹੋਈ ਆ, ਜਦੋਂ ਗੁਰਤਾ ਗੱਦੀ ਦਾ ਤਿਲਕ ਗੁਰੂ ਸਾਹਿਬ ਨੂੰ ਮਿਲਿਆ ਉਸ ਸਮੇਂ ਇਹ ਸਾਰੇ ਭੱਟ ਸਤਿਗੁਰਾਂ ਦੇ ਹਜ਼ੂਰ ਸਤਿਗੁਰਾਂ ਦੇ ਕੋਲ ਆਏ ਆ। ਸੋ ਇਹਦੇ ਨਾਲ ਹੀ ਜਿਹੜੀ ਭੱਟ ਬਰਾਦਰੀ ਹੈ ਇਹ ਆਪਣੇ ਆਪ ਨੂੰ ਜਿਹੜਾ ਆ ਬ੍ਰਾਹਮਣ ਕੁੱਲ ਦੇ ਵਿੱਚੋਂ ਮੰਨਦੀ ਆ। ਸਰਸਵਤੀ ਨਦੀ ਦੇ ਕੰਢੇ ਤੇ ਜਿਹੜਾ ਆ ਇਹ ਆਪਣੇ ਆਪ ਦਾ ਟਿਕਾਣਾ ਕਰਦੇ ਸਨ ਤੇ ਉਸ ਸਰਸਵਤੀ ਨਦੀ ਦੇ ਕੰਢੇ ਰਹਿਣ ਕਰਕੇ ਇਹ ਆਪਣੇ ਆਪ ਨੂੰ ਸਾਰਸਵਤ ਬ੍ਰਾਹਮਣ ਕਹਿੰਦੇ ਆ। ਸਾਰਸਵਤ ਬ੍ਰਾਹਮਣ ਜਿਹੜੀ ਸੀ ਇਹਨਾਂ ਦੀ ਕੁੱਲ ਆ। ਤੇ ਫਿਰ ਉਹਦੇ ਨਾਲ ਹੀ ਕੁਝ ਕੁ ਨੇ ਇਹਨਾਂ ਦੇ ਬਾਰੇ, ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਜ਼ਿਆਦਾ ਇਹਨਾਂ ਦੇ ਬਾਰੇ ਖੋਜ ਨਹੀਂ ਹੋਈ, ਪਰ ਕੁਝ ਲੋਕ ਜਿਹੜੀਆਂ ਖੋਜਾਂ ਜਿਨ੍ਹਾਂ ਨੇ ਕੀਤੀਆਂ ਉਹਨਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਜੀਂਦ ਉਹਦੇ ਲਾਗੇ ਪਿੰਡ ਹੈ ਕਰਸਿੰਧੂ ਤੇ ਇੱਕ ਪਿੰਡ ਤਲੌਡਾ। ਇਹ 2 ਪਿੰਡ ਆ। ਇਹਨਾਂ ਦੋਵਾਂ ਪਿੰਡਾਂ ਦੇ ਵਿੱਚ ਹੀ ਭੱਟ ਚੋਖਾ ਜੀ ਜੋ ਭੱਟ ਭਿਖਾਰੀ ਦੇ ਪਿਓ ਸਨ, ਭੱਟ ਚੋਖਾ ਜੀ ਆਪਣੇ ਪਰਿਵਾਰਾਂ ਦੇ ਸਮੇਤ ਇਹਨਾਂ 2 ਪਿੰਡਾਂ ਦੇ ਵਿੱਚ ਰਹਿੰਦੇ ਸਨ। ਸੋ ਇੱਥੋਂ ਹੀ ਇਹ ਚੱਲ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਜਿਹੜਾ ਆ ਉਹ ਚੱਲ ਕੇ ਆਏ। ਇੱਥੇ ਆਣ ਕੇ ਇਹਨਾਂ ਨੂੰ ਸਤਿਗੁਰਾਂ ਨੇ ਜਿਹੜਾ ਸੀ ਉਹ ਭਗਤ ਬਾਣੀ ਉਚਾਰਨ ਵਾਸਤੇ ਕਿਹਾ ਤੇ ਸਤਿਗੁਰਾਂ ਨੇ ਇਹਨਾਂ ਨੂੰ ਬਖਸ਼ਿਸ਼ਾਂ ਜਿਹੜੀਆਂ ਬੜੇ ਵੱਡੇ ਪੱਧਰ ਤੇ ਕੀਤੀਆਂ ਕਿ ਭਾਈ ਤੁਸੀਂ ਪਰਮੇਸ਼ਰ ਦਾ ਗੁਣਗਾਨ ਕਰੋ। ਤੇ ਜੇ ਆਪਾਂ ਗੁਰਬਾਣੀ ਦੇ ਵਿੱਚ ਇਸ ਗੱਲ ਨੂੰ ਵੇਖਣਾ ਹੈ ਕਿ ਭੱਟ ਕਿਵੇਂ ਸਤਿਗੁਰਾਂ ਦੇ ਕੋਲ ਆਏ ਤੇ ਉਹ 2 ਸਵਈਏ ਮਿਲਦੇ ਆ ਸਾਧ ਸੰਗਤ ਇਹਨਾਂ ਦੇ ਆਪਣੇ ਲਿਖੇ ਹੋਏ ਭੱਟਾਂ ਦੇ। ਉਹ 2 ਸਵਈਏ ਗੁਰਬਾਣੀ ਦੇ ਵਿੱਚ ਆ ਤੇ ਇੱਕ ਦੇ ਵਿੱਚ ਇਹ ਗੱਲ ਮਿਲਦੀ ਆ, ਕਹਿੰਦੇ ਆ ਕਿ ਰਹਿਓ ਸੰਤ ਹਾਂ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀ ਮੁਖੋਂ ਇਹ ਪੰਡਤ ਮਿੱਠੇ ਬਰਸ ਏਕ ਆਉ ਫਿਰਿਓ ਕਿਨੇ ਨੌ ਪਰਚੋ ਲਾਇਓ। ਕਹਿੰਦੇ ਕਿ ਰਹਿਓ ਸੰਤ ਹਾਂ ਟੋਲ ਸਾਧ ਬਹੁ ਤੇਰੇ ਡਿੱਠੇ, ਕਹਿੰਦੇ ਬੜੇ ਸਾਧੂਆਂ ਦੇ ਟੋਲੇ ਅਸੀਂ ਵੇਖ ਲਏ, ਸੰਨਿਆਸੀ ਵੇਖ ਲਏ, ਤਪਸੀ ਵੇਖ ਲਏ ਜਿਹੜੇ ਤਪ ਕਰਦੇ ਸੀ, ਪੰਡਤ ਵੇਖ ਲਏ ਜਿਹੜੇ ਮੂੰਹ ਦੇ ਬੜੇ ਮਿੱਠੇ ਸਨ। 1 ਸਾਲ ਕਹਿੰਦੇ ਭਗਤ ਭਿਖਾਰੀ ਦਾ ਸਵਈਆ ਹੈ, ਕਹਿੰਦੇ 1 ਸਾਲ ਅਸੀਂ ਭੱਜੇ ਫਿਰਦੇ ਰਹੇ ਕਿ ਸਾਨੂੰ ਆਤਮਿਕ ਸ਼ਾਂਤੀ ਮਿਲ ਜੇ, ਸਾਨੂੰ ਆਨੰਦ ਦੀ ਪ੍ਰਾਪਤੀ ਹੋ ਜੇ, ਪਰ ਕਹਿੰਦੇ ਸਾਨੂੰ ਉਹ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਗੁਰਦਈਓ ਮਲਾਇਓ ਭਿਖਿਆ। ਫਿਰ ਜਦੋਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਹੋਈ ਤੇ ਜੋ ਦਈਓ ਮਲਾਇਓ ਭਿਖਿਆ ਜਿਵ ਤੂੰ ਰੱਖੇ ਤਿਵ ਰਹੋ, ਫਿਰ ਸਾਡੇ ਜਿਹੜੀ ਆ ਪਰਮੇਸ਼ਰ ਨੇ ਰੱਖਿਆ ਕੀਤੀ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਸਾਡੀ ਰੱਖਿਆ ਕਰਨੀ ਕੀਤੀ। ਇਸ ਤਰ੍ਹਾਂ ਇੱਕ ਸਵਈਆ ਇਹਨਾਂ ਦਾ ਹੋਰ ਮਿਲਦਾ ਹੈ ਕਿ ਕਿਵੇਂ ਸਤਿਗੁਰਾਂ ਦੇ ਕੋਲ ਆਏ ਆ ਤੇ ਉਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਰਥਾਏ ਲਿਖਿਆ ਹੈ ਭੱਟਾਂ ਨੇ। ਉਹ ਸਵਈਆ ਹੈ ਜੀ ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਭ੍ਰਮਤੇ ਫਿਰਤੇ ਬਹੁ ਧਾਇਓ ਕਲ ਘੋਰ ਸਮੁੰਦਰ ਮੈਂ ਬੂਟਤੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਭੱਟ ਜੀ ਦਾ ਸਵਈਆ ਹੈ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਕਹਿੰਦੇ ਕਿ ਜਬ ਲੋ ਨਹੀਂ ਜਦੋਂ ਸਾਡੇ ਮਸਤਕ ਦੇ ਭਾਗ ਜਿਹੜੇ ਲਲਾਰ ਉਹਦੇ ਤਬ ਲੋ ਭ੍ਰਮਤੇ ਫਿਰਤੇ ਬਹੁ ਧਾਇਓ, ਫਿਰ ਅਸੀਂ ਬੜਾ ਦੂਰ ਭਰਮਦੇ ਰਹੇ, ਬੜਾ ਚਿਰ ਭਰਮਦੇ ਰਹੇ
कल घोर समुंदर मैं बुढ़ ते इस दुनिया के कल घोर समुंदर विकारां दे विच असीं पए सी, कब हो मिट है नहीं रे पछतायो। ये मिट नहीं सी रहा कलयुग साडे तो, असीं बड़े पछताउंदे सी। फिर जदों असीं सतगुरां दी शरण विच आए, फिर भगत भट्ट मथुरा जी कहिंदे आ, तत विचार जय मथुरा। कहते तत्त की जिहड़ी विचार आ, ये है असल विचार, ये है जग तारण को अवतार बनाए। जगत नूं ताਰਨ वास्ते श्री गुरु अर्जन देव जी ने अवतार धारण किया। जपियो जिन अर्जन देव गुरु, फिर संकट जोन कर बनाए। जदों दे असीं श्री गुरु अर्जन देव जी की शरणी पै गए, फिर साडा जन्म मरण भी कटिया गया, तो असीं गर्भ जूना दे विचों बच गए, तो फिर साडे ते कोई संकट भी नहीं गया। इस तरह ये भट्ट साहिबान जिहड़े आ, ਉਹ ਆਪਾਂ ਵਿਚਾਰ ਕਰੀਏ ਕਿ ਇਹਨਾਂ ਦੀ ਜਿਹੜੀ ਗਿਣਤੀ ਹੈ ਉਹ ਕੁੱਲ 11 ਹੈ, ਤੇ 11 ਦੀ ਇਹਨਾਂ ਦੀ ਗਿਣਤੀ ਹੈ। ਇੱਕ ਟੋਲਾ ਭੱਟਾਂ ਦਾ, ਜਿਹੜੀ ਇੱਕ ਬਰਾਦਰੀ ਹੈ ਜੋ ਸਾਰਿਆਂ ਦੀ ਉਸਤਤ ਕਰਦੀ ਹੈ, ਜਿਹੜੇ ਰਾਜੇ ਮਹਾਰਾਜੇ ਉਹਨਾਂ ਦੀ ਉਸਤਤ ਕਰਦੀ ਹੈ। ਇੱਕ ਗੱਲ ਮੈਂ ਹੋਰ ਜੁੜ ਜਾਵਾਂ ਇੱਥੇ ਕਿ ਇਹ ਵਹੀਆਂ ਖਾਤੇ ਵੀ ਲਿਖਦੇ ਸਨ, ਜਿਵੇਂ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਬਜ਼ੁਰਗ ਕਿਹੜੇ ਹੋਏ ਆ, ਉਹਨਾਂ ਤੋਂ ਗਾਂਹ ਕਿਹੜੇ ਹੋਏ ਆ, ਉਹਨਾਂ ਦੀ ਭੱਟ ਵਹੀਆਂ ਕਿਹਾ ਜਾਂਦਾ। ਉਹ ਵਹੀਆਂ ਲਿਖਦੇ ਸੀ। ਇਹਨਾਂ ਦੀ ਲਿਖਣ ਦੀ ਜਿਹੜੀ ਲਿਪੀ ਸੀ ਉਹਨਾਂ ਨੂੰ ਭੱਟਾਸ਼ਰੀ ਕਹਿੰਦੇ ਸੀ। ਭੱਟਾਸ਼ਰੀ, ਭੱਟਾਸ਼ਰੀ ਲਿਪੀ ਦੇ ਵਿੱਚ ਇਹ ਲਿਖਦੇ ਸਨ, ਤੇ ਉਹ ਲਿਖ ਕੇ ਅੰਕਿਤ ਕਰਕੇ ਤੇ ਉਹ ਆਪਣੇ ਕੋਲ ਸੰਭਾਲ ਕੇ ਰੱਖਦੇ ਸਨ। ਸੋ ਇਸ ਤਰ੍ਹਾਂ ਇਹ 11 ਭੱਟਾਂ ਦਾ ਇੱਕ ਟੋਲਾ ਜਿਹੜਾ ਹੈ, ਇਹ ਬੜੇ ਚਿਰ ਭਰਮਦਾ ਰਿਹਾ, ਘੁੰਮਦਾ ਰਿਹਾ। ਇਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਈ, ਬੜਾ ਇਹਨਾਂ ਨੇ ਆਪਣਾ ਯਤਨ ਕੀਤਾ, ਪਰ ਅੰਤ ਫਿਰ ਇਹ 11 ਭੱਟਾਂ ਦਾ ਟੋਲਾ ਭੱਟ ਕਲ ਸਹਾਰ ਜੀ ਦੀ ਅਗਵਾਈ ਦੇ ਵਿੱਚ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰਤਾ ਗੱਦੀ ਦਾ ਸਮਾਂ ਆਇਆ, ਉਸ ਸਮੇਂ ਇਹ ਜਿਹੜੇ ਭੱਟ ਸਾਹਿਬਾਨ ਆ, ਇਹ ਚੱਲ ਕੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਆਏ ਆ। ਇੱਥੇ ਆ ਕੇ ਇਹਨਾਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਆ, ਤੇ ਸਤਿਗੁਰਾਂ ਨੇ ਫਿਰ ਇਹਨਾਂ ਨੂੰ ਉਪਦੇਸ਼ ਦਿੱਤਾ। ਇਹਨਾਂ ਨੇ ਸਿੱਖੀ ਕਮਾਈ, ਦਿਨੋਂ ਦਿਨ ਫਿਰ ਇਹਨਾਂ ਨੇ ਜਿਹੜੀ ਸਿੱਖੀ ਕਮਾ ਕੇ ਆਪਣੇ ਜੀਵਨ ਦੇ ਵਿੱਚ ਵਿਚਾਰੀ ਆ, ਤੇ ਫਿਰ ਇਹਨਾਂ ਦਾ ਜਿਹੜਾ ਹੈ ਉਹ ਕਲਿਆਣ ਹੋਇਆ। ਇਹਨਾਂ ਭੱਟਾਂ ਦੇ ਵਿੱਚੋਂ ਸਾਧ ਸੰਗਤ 2 ਭੱਟ ਸ਼ਹੀਦ ਹੋਏ ਆ। 2 ਭੱਟ ਸ਼ਹੀਦ ਹੋਏ ਆ ਜਦੋਂ ਪਹਿਲੀ ਅੰਮ੍ਰਿਤਸਰ ਦੀ ਜੰਗ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਲੜੀ ਹੈ ਨਾ, ਪਹਿਲੀ ਜੰਗ, ਉਹਦੇ ਵਿੱਚ 2 ਭੱਟ, ਭੱਟ ਕੀਰਤ ਜੀ ਤੇ ਭੱਟ ਮਥੁਰਾ ਜੀ, ਇਹ 2 ਭੱਟ ਉਸ ਸਮੇਂ ਸ਼ਹੀਦ ਹੋਏ ਆ। ਉਸ ਸਮੇਂ ਤੋਂ ਬਾਅਦ ਇਹ ਇਸੇ ਹੀ ਸਿੱਖ ਧਰਮ ਦੇ ਵਿੱਚ ਹੀ ਇਹਨਾਂ ਦੀਆਂ ਪੀੜ੍ਹੀਆਂ ਅੱਗੇ ਤੋਂ ਅੱਗੇ ਚੱਲਦੀਆਂ ਗਈਆਂ, ਤੇ ਇਹਨਾਂ ਦੇ ਵਿੱਚੋਂ ਹੀ ਗਾਂ ਸਿੱਖ ਹੋ ਕੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸੋ ਸਾਧ ਸੰਗਤ ਭੱਟ ਕੀਰਤ ਤੇ ਭੱਟ ਮਥੁਰਾ ਸ਼ਹੀਦ ਹੋਏ ਆ ਅੰਮ੍ਰਿਤਸਰ ਦੀ ਜੰਗ ਦੇ ਵਿੱਚ, ਬੜੇ ਜੌਹਰ ਵਿਖਾਏ ਆ। ਇੱਥੋਂ ਤੱਕ ਵੀ ਲਿਖਿਆ ਮਿਲਦਾ ਕਿ ਮਥੁਰਾ ਭੱਟ ਜੀ ਨੇ ਇੱਕ ਜਰਨੈਲ ਸੀ ਬੈਰਮ ਖਾਨ, ਤੇ ਇੱਕ ਜਰਨੈਲ ਸੀ ਇਮਾਮ ਬਖਸ਼। ਇਹਨਾਂ ਦੋਵਾਂ ਜਰਨੈਲਾਂ ਨੂੰ ਮਾਰ ਮੁਕਾਇਆ ਸੀ। ਜਹਾਂਗੀਰ ਦੇ 2 ਜਰਨੈਲ ਇਹਨਾਂ ਨੇ ਮਾਰੇ ਸਨ। ਸੋ ਇਸ ਤਰ੍ਹਾਂ ਇਹਨਾਂ ਦੇ ਜੀਵਨ ਦੇ ਬਾਰੇ ਇਹ ਗੱਲਾਂ ਮਿਲਦੀਆਂ। ਆਓ ਆਪਾਂ ਇਹਨਾਂ ਦੀ ਬਾਣੀ ਦੇ ਬਾਰੇ ਤੇ ਕੱਲੇ ਭੱਟ ਦੇ ਬਾਰੇ ਥੋੜੀ ਜਾਣਕਾਰੀ ਲੈ ਕੇ ਫਿਰ ਆਪਾਂ ਇਹਨਾਂ ਦੀ ਬਾਣੀ ਬਾਰੇ ਜਿਹੜੀ ਹੈ ਉਹ ਵਿਚਾਰ ਕਰਨੀ ਹੈ। ਜ਼ਿਆਦਾ ਇਹਨਾਂ ਦੇ ਬਾਰੇ ਜਿਹੜਾ ਸੰਖੇਪ ਦੇ ਨਾਲ ਹੀ ਮਿਲਦਾ, ਜ਼ਿਆਦਾ ਵਿਸਥਾਰ ਦੇ ਨਾਲ ਜਾਣਕਾਰੀ ਨਹੀਂ ਮਿਲਦੀ, ਜਿਵੇਂ ਇਹਨਾਂ ਦੇ ਮਾਤਾ ਪਿਤਾ ਕੌਣ ਸਨ ਜਾਂ ਇਸ ਤਰ੍ਹਾਂ ਇਹਨਾਂ ਦਾ ਜਨਮ ਕਦੋਂ ਦਾ ਆਇਆ, ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਤੇ ਭੱਟਾਂ ਦੀ ਆਪਾਂ ਸਮੁੱਚੀ ਹੀ ਜਾਣਕਾਰੀ ਦਾਸ ਨੇ ਆਪ ਜੀ ਨਾਲ ਸਾਂਝੀ ਕੀਤੀ ਹੈ ਕਿ ਕਿਵੇਂ ਇਹ ਕੀ ਜਾਤੀ ਹੁੰਦੀ ਹੈ, ਕਿਵੇਂ ਇਹ ਕੀ ਕਰਦੇ ਆ, ਤੇ ਕੀ ਇਹਨਾਂ ਦਾ ਸਥਾਨ ਹੈ, ਤੇ ਉਹ ਆਪਾਂ ਹੁਣੇ ਵਿਚਾਰੀ ਆ। ਤੇ ਸਭ ਤੋਂ ਪਹਿਲੇ ਜਿਹੜੇ ਆ ਭੱਟ ਉਹ ਹਨ ਕਲ ਸਹਾਰ। ਉਹ ਪਹਿਲੇ ਨੰਬਰ ਤੇ ਕਿਉਂ ਹਨ? ਕਿਉਂਕਿ ਭੱਟ ਕਲ ਸਹਾਰ ਜੀ ਦੇ ਸਭ ਤੋਂ ਵੱਧ ਸਵਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਤੇ ਭੱਟ ਕਲ ਸਹਾਰ ਜੀ ਨੇ 5 ਗੁਰੂ ਸਾਹਿਬਾਨਾਂ ਦੀ ਉਸਤਤ ਸਵਈਏ ਉਚਾਰਨ ਕੀਤੇ। ਕੁੱਲ 5 ਗੁਰੂ ਸਾਹਿਬਾਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਇਹਨਾਂ ਸਾਰਿਆਂ ਭੱਟਾਂ ਨੇ ਸਵਈਏ ਉਚਾਰਨ ਕੀਤੇ ਆ। ਤੇ ਇਹ ਸਵਈਏ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1399 ਤੋਂ ਲੈ ਕੇ 1409 ਤੱਕ ਅੰਕਿਤ ਹੈ। 1399 ਤੋਂ 1409 ਤੱਕ ਇਹਨਾਂ ਭੱਟਾਂ ਦੇ ਸਵਈਏ, ਇਹਨਾਂ ਨੂੰ ਰਚਨਾ ਦਾ ਨਾਮ ਦਿੱਤਾ ਗਿਆ, ਉਹ ਸਵਈਏ ਇਹਨਾਂ ਦੇ ਦਰਜ ਹਨ। ਭੱਟ ਕਲ ਸਹਾਰ ਜੀ ਨੇ 5 ਗੁਰੂ ਸਾਹਿਬਾਨਾਂ ਦੀ ਉਸਤਤ ਦੇ ਵਿੱਚ ਸਵਈਏ ਉਚਾਰਨ ਕੀਤੇ ਆ। ਤੇ ਇਹਨਾਂ ਦੇ ਪਿਤਾ ਦਾ ਨਾਮ ਭੱਟ ਚੋਖਾ ਸੀ, ਜੋ ਭੱਟ ਭਿਖਾਜੀ ਦੇ ਛੋਟੇ ਭਰਾ ਸਨ। ਭੱਟ ਚੋਖਾ ਜੀ ਨੂੰ ਭੱਟ ਭਿਖਾਜੀ ਦੇ ਪਿਤਾ ਜੀ ਵੀ ਮੰਨਿਆ ਗਿਆ ਕੁਝ ਜਗ੍ਹਾ ਦੇ ਉੱਤੇ, ਤੇ ਕੁਝ ਇਹਨਾਂ ਨੂੰ ਭੱਟ ਚੋਖਾ ਜੀ ਦੇ ਭਰਾ ਮੰਨਦੇ ਆ। ਭੱਟ ਗਿਆੰਦ ਵੀ ਆਪ ਜੀ ਦੇ ਭਰਾ ਸਨ। ਕਈ ਸੋਈਆਂ ਵਿੱਚ ਭੱਟ ਕਲ ਸਹਾਰ ਜੀ ਨੇ ਆਪਣਾ ਉਪਨਾਮ ਵਰਤਿਆ, ਜਿਵੇਂ ਟਲ, ਕਲ, ਇਸ ਤਰ੍ਹਾਂ ਕਰਕੇ। ਕੁਝ ਜਿਹੜੇ ਆ ਟਲ ਤੇ ਕਲ ਵੱਖਰੇ ਭੱਟ ਮੰਨਦੇ ਆ, ਜਿਹਦਾ ਕਰਕੇ ਗਿਣਤੀ 17 ਹੋ ਜਾਂਦੀ ਹੈ। ਪਰ ਵੇਖਣ ਵਿੱਚ ਆਇਆ ਜਦੋਂ ਆਪਾਂ ਗਿਣਤੀ ਕਰਦੇ ਹਾਂ, ਜਿਵੇਂ ਪਹਿਲੋਂ ਗੱਲ ਹੋਈ ਆ, ਤੇ ਉਹ ਗਿਣਤੀ ਜਦੋਂ ਅਖੀਰ ਤੇ ਹੁੰਦੀ ਆ, ਤੇ ਉਦੋਂ ਇਹ ਭੱਟਾਂ ਦੇ ਸਵਈਏ
ਕੱਲੇ ਕੱਲੇ ਭੱਟ ਦੇ ਸਵਈਏ ਜਦੋਂ ਗਿਣੇ ਜਾਂਦੇ ਆ ਤੇ ਉਦੋਂ ਟੱਲ ਤੇ ਕੱਲ ਦੇ ਜਿਹੜੇ ਸਵਈਏ ਉਹ ਭੱਟ ਕੱਲ ਸਹਾਰ ਦੇ ਨਾਮ ਦੇ ਅਧੀਨ ਹੀ ਗਿਣੇ ਜਾਂਦੇ ਆ। ਸੋ ਸਾਧ ਸੰਗਤ ਇਹਨਾਂ ਨੇ ਆਪਣੇ ਉਪਨਾਮ ਵਰਤ ਕੇ ਵੀ ਭੱਟ ਸਵਈਏ ਲਿਖੇ ਆ। ਭੱਟ ਕੱਲ ਸਹਾਰ, ਵਾਹਿਗੁਰੂ ਸਾਧ ਸੰਗਤ ਲਾਈਟ ਜਿਹੜੀ ਆ ਉਹ ਆਫ ਹੋ ਗਈ। ਹਾਂਜੀ, ਭੱਟ ਕੱਲ ਸਹਾਰ ਦੇ ਸਵਈਏ ਜਿਹੜੇ ਆ ਗੁਰੂ ਨਾਨਕ ਦੇਵ ਜੀ ਦੀ ਉਸਤਤ ਦੇ ਵਿੱਚ ਇਹਨਾਂ ਨੇ 10 ਸਵਈਏ ਉਚਾਰਨ ਕੀਤੇ ਆ। ਗੁਰੂ ਅੰਗਦ ਦੇਵ ਜੀ ਉਸਤਤ ਦੇ ਵਿੱਚ ਇਹਨਾਂ ਨੇ ਜਿਹੜੇ ਆ ਉਹ 10 ਸਵਈਏ, ਗੁਰੂ ਅਮਰਦਾਸ ਜੀ ਉਸਤਤ ਦੇ ਵਿੱਚ 9 ਸਵਈਏ, ਗੁਰੂ ਰਾਮਦਾਸ ਜੀ ਦੀ ਉਸਤਤ ਦੇ ਵਿੱਚ ਇਹਨਾਂ ਨੇ 13 ਸਵਈਏ ਉਚਾਰਨ ਕੀਤੇ ਆ ਤੇ ਗੁਰੂ ਅਰਜਨ ਦੇਵ ਜੀ ਦੀ ਉਸਤਤ ਦੇ ਵਿੱਚ 12 ਸਵਈਏ ਇਹਨਾਂ ਨੇ ਉਚਾਰਨ ਕੀਤੇ। ਸਭ ਤੋਂ ਵੱਧ ਇਹਨਾਂ ਨੇ ਸਵਈਏ ਉਚਾਰਨ ਕੀਤੇ ਆ। ਜੋੜ ਆਪਾਂ ਅਖੀਰ ਤੇ ਜਾ ਕੇ ਲਾਵਾਂਗੇ ਕਿ ਇਹਨਾਂ ਦੇ ਕਿੰਨੇ ਸਵਈਏ ਬਣਦੇ ਆ। ਸੋ ਇਹਨਾਂ ਨੇ ਜਿਹੜਾ ਲਿਖਿਆ ਕਿ ਕਵ ਕੱਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਇਸ ਤਰ੍ਹਾਂ ਇਹਨਾਂ ਨੇ ਆਪਣੇ ਭੱਟਾਂ ਦੇ ਸਵਈਆਂ ਦੇ ਵਿੱਚ ਸਤਿਗੁਰਾਂ ਦੀ ਵਡਿਆਈ ਕੀਤੀ ਹੈ। ਜਾਲਪ ਭੱਟ ਹਨ ਦੂਸਰੇ ਭੱਟ, ਇਹਨਾਂ ਦਾ ਦੂਜਾ ਨਾਂ ਜਲ ਕਰਕੇ ਵੀ ਆਇਆ ਸਵਈਆਂ ਦੇ ਵਿੱਚ ਤੇ ਇਹਨਾਂ ਦੇ ਪਿਤਾ ਦਾ ਨਾਮ ਭੱਟ ਭਿਖਾ ਸੀ ਤੇ ਭੱਟ ਮਥੁਰਾ ਤੇ ਭੱਟ ਕੀਰਤ ਇਹਨਾਂ ਦੇ ਭਰਾ ਸਨ। 5 ਸਵਈਏ ਗੁਰੂ ਅਮਰਦਾਸ ਜੀ ਦੀ ਵਡਿਆਈ ਵਿੱਚ ਭੱਟ ਜਲਪ ਜੀ ਨੇ ਲਿਖੇ ਆ। 5 ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਇਹਨਾਂ ਦੇ ਦਰਜ ਹਨ ਤੇ ਇਹ ਵੀ ਆਪਣੇ ਪਿਤਾ ਭਿਖਾ ਜੀ ਦੇ ਨਾਲ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਵੇਲੇ ਵੀ ਉਹਨਾਂ ਦੇ ਕੋਲ ਹਾਜ਼ਰ ਹੋਏ ਸਨ ਤੇ ਉੱਥੋਂ ਹੀ ਇਹਨਾਂ ਨੇ ਇਹ ਸਾਰੀ ਗੂੜ ਗੁਰਤੀ ਜਿਹੜੀ ਸਿੱਖੀ ਸਤਿਗੁਰਾਂ ਦੀ ਸੇਵਾ ਵਿੱਚ ਲੱਗੇ ਆਪਣੇ ਪਿਤਾ ਜੀ ਦੇ ਨਾਲ। ਫਿਰ ਉਸ ਤੋਂ ਬਾਅਦ ਜਦੋਂ ਸਮਾਂ ਗੁਰੂ ਅਰਜਨ ਦੇਵ ਜੀ ਦਾ ਆਇਆ, ਫਿਰ ਸਤਿਗੁਰਾਂ ਨੇ ਇਹਨਾਂ ਨੂੰ ਬਾਣੀ ਉਚਾਰਨ ਦਾ ਜਿਹੜਾ ਸੀ ਉਹ ਕਿਹਾ ਕਿ ਭਾਈ ਤੁਸੀਂ ਬਾਣੀ ਉਚਾਰਨ ਕਰੋ। ਤੇ ਇਸ ਤਰ੍ਹਾਂ ਜਿਹੜਾ ਹੈ ਇਹ ਤੀਸਰੇ ਪਾਤਸ਼ਾਹ ਜੀ ਦੇ ਵੇਲੇ ਵੀ ਭੱਟ ਭਿਖਾ ਜੀ ਦੇ ਨਾਲ ਉੱਥੇ ਆ ਗਏ ਸਨ ਤੇ ਇਹਨਾਂ ਨੇ ਜਿਹੜਾ ਹੈ 5 ਸਵਈਏ ਤੀਸਰੇ ਪਾਤਸ਼ਾਹ ਜੀ ਦੀ ਉਸਤਤ ਦੇ ਵਿੱਚ ਲਿਖੇ ਆ। ਤੇ ਸਕਿਆਤ ਸੋ ਸਿਰ ਜਾਲਪ ਭਣੇ, ਜੋ ਸਿਰ ਨਿਵੈ ਗੁਰ ਅਮਰ ਨਿਤ, ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ, ਸੋ ਮਤ ਜਲ ਜਾਣੀ ਜੁਗਤ। ਇਸ ਤਰ੍ਹਾਂ ਇਹਨਾਂ ਦਾ ਨਾਮ ਆਉਂਦਾ, ਜਿਵੇਂ ਜਲ ਵੀ ਆ ਗਿਆ ਤੇ ਜਾਲਪ ਵੀ ਆ ਗਿਆ ਕਿ ਉਹ ਜਿਹੜਾ ਸਿਰ ਜਾਲਪ ਭਣੇ, ਸਕਿਆਤ ਸੋ ਸਿਰ ਜਾਲਪ ਭਣੇ, ਜੋ ਸਿਰ ਨਿਵੈ ਗੁਰ ਅਮਰ ਨਿਤ। ਉਹ ਸਕਿਆਤ ਸੋ ਸਿਰ ਜਾਲਪ ਭਣੇ, ਉਹ ਚੰਗਾ ਹੈ ਸੀਸ ਜਿਹੜਾ ਗੁਰੂ ਅਮਰਦਾਸ ਜੀ ਦੇ ਹਜ਼ੂਰ ਝੁਕਦਾ। ਅਗਲੇ ਭੱਟ ਹਨ ਸਾਧ ਸੰਗਤ ਭੱਟ ਨਲ ਜੀ। ਭੱਟ ਨਲ ਜੀ ਨੇ ਗੁਰੂ ਰਾਮਦਾਸ ਜੀ ਉਸਤਤ ਦੇ ਵਿੱਚ 16 ਸਵਈਏ ਜਿਹੜੇ ਆ ਉਹ ਲਿਖੇ ਹਨ। 16 ਸਵਈਏ ਭੱਟ ਨਲ ਜੀ ਨੇ ਤੇ ਇਹਨਾਂ ਦੀ ਜਿਹੜੀ ਧਾਰਨਾ ਗੁਰੂ ਦੀ ਚਰਨ ਛੋਹ ਪ੍ਰਾਪਤ ਕਰਨ ਦੀ ਜਗਿਆਸਾ ਦੇ ਤੇ ਭਾਵ ਮੇਰਾ ਉਧਾਰ ਹੋ ਜਾਵੇ। ਇਹਨਾਂ ਨੇ ਆਪਣੇ ਪਦਾਂ ਦੇ ਵਿੱਚ ਸ਼ਬਦ ਦਾਸ ਵੀ ਵਰਤਿਆ ਹੈ, ਆਪਣਾ ਉਪਨਾਮ ਦਾਸ ਕਰਕੇ ਵੀ ਆਇਆ ਹੈ ਤੇ ਕਈਆਂ ਨੇ ਜਿਹੜਾ ਹੈ ਵਿਦਵਾਨਾਂ ਨੇ ਦਾਸ ਦਾ ਜਿਹੜਾ ਹੈ ਉਹ ਵੱਖਰਾ ਭੱਟ ਕਰਕੇ ਗਿਣਤੀ ਵੀ ਕੀਤੀ ਹੈ। ਪਰ ਜਿਵੇਂ ਪਹਿਲਾਂ ਵੀ ਗੱਲ ਹੋਈ ਹੈ ਕਿ ਗਿਣਤੀ ਦੇ ਵਿੱਚ ਜਿਹੜਾ ਹੈ ਪੂਰੇ ਹੀ ਆਉਂਦੇ ਆ, ਇਸੇ ਤਰ੍ਹਾਂ ਦਾਸ ਕਰਕੇ ਇਹਨਾਂ ਨੇ ਆਪਣਾ ਨਾਮ ਵੀ ਵਰਤਿਆ ਹੈ। ਕੁੱਲ ਇਹਨਾਂ ਦੇ 16 ਸਵਈਏ ਮਿਲਦੇ ਆ ਤੇ ਇਹ ਵੀ ਸਤਿਗੁਰਾਂ ਦੇ ਕੋਲ ਗੁਰੂ ਅਰਜਨ ਦੇਵ ਜੀ ਦੇ ਕੋਲ ਆ ਕੇ ਇਹਨਾਂ ਨੇ ਇਹ ਬਾਣੀ ਜਿਹੜੀ ਉਚਾਰਨ ਕੀਤੀ ਹੈ। ਗੁਰੂ ਨਾਇਣ ਬੈਣ ਗੁਰ ਕਹ ਸਭ ਕਵ ਨਲ ਕਹਿ, ਇਹ ਇਹਨਾਂ ਦੀ ਬਾਣੀ ਦਾ ਜਿਹੜਾ ਵਿਸ਼ੇਸ਼ਤਾ ਹੈ। ਬਲ ਅਗਲੇ ਭੱਟ ਹਨ ਭੱਟ ਬਲ ਜੀ। ਭੱਟ ਬਲ ਜੀ ਕਵੀ ਗੁਰੂ ਰਾਮਦਾਸ ਜੀ ਦੇ ਸੰਬੰਧ ਦੇ ਵਿੱਚ ਇਹਨਾਂ ਨੇ 5 ਸਵਈਏ ਉਚਾਰਨ ਕੀਤੇ ਆ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਇਹ ਗੁਰੂ ਜੀ ਦਾ ਗੌਰਵ ਦੱਸਦੇ ਆ, ਮਹਾਨਤਾ ਦੱਸਦੇ ਆ, ਪਰਮ ਪਦ ਦੀ ਪ੍ਰਾਪਤੀ ਕਰਨ ਵਾਲੇ ਪੁਰਸ਼ ਦੱਸਦੇ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ। ਤੇ ਫਿਰ ਉਸ ਤੋਂ ਬਾਅਦ ਦਰਸ਼ਨ ਦੀ ਪਿਆਸ ਜਿਹੜੀ ਆ ਉਹ ਇਹਨਾਂ ਦੇ ਸਵਈਆਂ ਦੇ ਵਿੱਚ ਝਲਕਦੀ ਹੈ ਕਿ ਮੈਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਵੇ। ਭੱਟ ਬਲ ਤੇ ਭੱਟ ਭਿਖਾ ਜੀ ਦੇ ਇਹ ਭਰਾ ਹਨ। ਭੱਟ ਬਲ ਜੀ ਤੇ ਭੱਟ ਭਿਖਾ ਜੀ ਦੇ ਇਹ ਭਰਾ ਹਨ ਜੋ ਭੱਟ ਵਾਹਿਗੁਰੂ ਜੋ ਸਾਧ ਸੰਗਤ ਭੱਟ ਬਲ ਤੇ ਭੱਟ ਭਿਖਾ ਜੀ ਦੇ ਭਰਾ ਤੇ ਭੱਟ ਸ਼ੇਖਾ ਜੀ ਦੇ ਪੁੱਤਰ ਸਨ। ਭੱਟ ਬਲ ਜੀ ਕਰਮ ਕਰ ਭੂ ਦਰਸ ਪਰਸ ਪਾਰਸ, ਸਰ ਬਲ ਭੱਟ ਜਸ ਗਾਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ, ਤੈ ਹਰ ਪਰਮ ਪਦ ਪਾਇਓ। ਇਹ ਇਹਨਾਂ ਦਾ ਸਾਰ ਹੈ ਇਹਨਾਂ ਦੇ ਸਵਈਆਂ ਦਾ। ਫਿਰ ਅਗਲੇ ਹਨ ਭੱਟ ਸੱਲ ਜੀ। ਭੱਟ ਸੱਲ ਜੀ ਦੇ ਪਿਤਾ ਜੀ ਦਾ ਨਾਮ ਭੱਟ ਸੇਖਾ ਜੀ ਤੇ ਭੱਟ ਭਿਖਾ ਜੀ ਦੇ ਇਹ ਭਰਾ ਸਨ ਭੱਟ ਭਿਖਾ ਜੀ ਦੇ, ਜਿਸ ਦੇ ਇਹਨਾਂ ਦੇ 3 ਜਿਹੜੇ ਸਵਈਏ ਆ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਮਿਲਦੇ ਆ। 3 ਸਵਈਏ ਭੱਟ
सल जी दे 3 ਸਵਈਏ श्री गुरु ग्रंथ साहब जी ਦੇ ਵਿੱਚ ਅੰਕਿਤ ਮਿਲਦੇ ਆ। ਇਹਨਾਂ ਵਿੱਚੋਂ ਇੱਕ ਅਮਰਦਾਸ ਜੀ ਨਾਲ ਸੰਬੰਧਿਤ ਹੈ, ਗੁਰੂ ਅਮਰਦਾਸ ਜੀ ਨਾਲ ਉਹਨਾਂ ਦੀ ਉਸਤਤ ਕੀਤੀ ਆ, ਤੇ 2 ਸਵਈਏ ਇਹਨਾਂ ਨੇ ਗੁਰੂ ਰਾਮਦਾਸ ਜੀ ਦੇ ਬਾਰੇ ਕਹੇ ਆ, ਉਹਨਾਂ ਦੀ ਉਸਤਤ ਕੀਤੀ ਹੈ। ਤੇ ਸਾਲ ਜੀ ਨੇ ਤੀਜੇ ਗੁਰੂ ਜੀ ਦੀ ਸ਼ਖਸੀਅਤ ਦੇ ਵਿੱਚ ਹਥਿਆਰਾਂ ਨਾਲ ਉਹਨਾਂ ਦੀ ਤੁਲਨਾ ਕੀਤੀ ਆ ਕਿ ਸਤਿਗੁਰੂ ਜੋ ਹਨ ਉਹਨਾਂ ਨੇ ਬਦੀ ਦੇ ਦਲ ਨੂੰ ਜਿੱਤ ਲਿਆ ਹੈ, ਤੇ ਦਲ ਜਿੱਤੋ ਇਹ ਯੁੱਧ ਕਰ, ਯੁੱਧ ਕਰਕੇ ਉਹਨਾਂ ਨੇ ਬਦੀ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਸੀਲ ਸਨਾਹ ਗਿਆਨ ਹੈ ਆਸਨ ਚੜੇ ਹੋ, ਇਸ ਤਰ੍ਹਾਂ ਇਹਨਾਂ ਦਾ ਸਵਈਆ ਸ਼ੁਰੂ ਹੁੰਦਾ ਕਿ ਉਹਨਾਂ ਨੇ ਸਨਾਹ ਪਹਿਨੀ ਹੋਈ ਹੈ। ਗੁਰੂ ਅਮਰਦਾਸ ਜੀ ਨੇ ਬੜੀ ਸੁੰਦਰ ਉਸਤਤ ਕੀਤੀ ਹੈ। ਤੇ ਚੌਥੇ ਪਾਤਸ਼ਾਹ ਜੀ ਦੇ ਸੰਬੰਧ ਦੇ ਵਿੱਚ 2 ਅੰਕਿਤ ਇਹਨਾਂ ਨੇ ਸਵਈਏ ਅੰਕਿਤ ਕੀਤੇ ਆ, ਤੇ ਜਿਹਦੇ ਵਿੱਚ ਬੁਰਾਈਆਂ ਨੂੰ ਪਛਾੜ ਕੇ ਰਾਜਯੋਗ ਮੰਨਣ ਦੇ ਬਾਰੇ ਗੱਲ ਕੀਤੀ ਹੈ ਕਿ ਗੁਰੂ ਰਾਮਦਾਸ ਜੀ ਨੇ ਬੁਰਾਈਆਂ ਨੂੰ ਆਪਣੇ ਅੰਦਰੋਂ ਖਤਮ ਕਰਕੇ ਰਾਜਯੋਗ ਪਛਾਣ ਲਿਆ। ਰਾਜਯੋਗ ਦਾ ਤਾਜ ਇਹਨਾਂ ਦੇ ਸੀਸ ਤੇ ਜਿਹੜਾ ਹੈ ਉਹ ਧਾਰਨ ਕੀਤਾ ਹੈ। ਤੇ ਗੁਰੂ ਵਿਚਲੀ ਬ੍ਰਹਮ ਜੋਤ ਨੂੰ ਆਦਿ ਜੁਗਾਤ ਤੋਂ ਪੂਜਾ ਦਾ ਕੇਂਦਰ ਇਹਨਾਂ ਨੇ ਬਣਾਇਆ ਕਿ ਸ਼ੁਰੂ ਤੋਂ ਹੀ ਗੁਰੂ ਜੋਤ ਜਿਹੜੀ ਆ ਉਹ ਪਰਪੱਖ ਰਹੀ ਹੈ। ਗੁਰੂ ਅਮਰਦਾਸ ਸਦ ਬਲ ਭਣ ਤੈ ਦਲ ਜਿੱਤੋ ਇਹ ਯੁੱਧ ਕਰ, ਇਹ ਇਹਨਾਂ ਨੇ ਆਪਣੇ ਸਵਈਆਂ 'ਚ ਬਖਸ਼ਿਸ਼ ਕੀਤੀ ਹੈ। ਅਗਲਾ ਸਵਈਆ ਹੈ ਸਾਧ ਸੰਗਤ, ਮਾਫ ਕਰਨਾ ਅੱਜ ਲਾਈਟ ਥੋੜੀ ਜੀ ਪ੍ਰੋਬਲਮ, ਕੋਈ ਕੰਮ ਚੱਲ ਰਿਹਾ ਇਸ ਕਰਕੇ ਲਾਈਟ ਬੰਦ ਹੋ ਰਹੀ ਵਾਰ-ਵਾਰ। ਭੱਟ ਭੱਲ ਜੀ ਹਨ ਅਗਲੇ। ਭੱਟ ਭੱਲ ਜੀ ਭੱਟ ਸਲ ਜੀ ਦੇ ਭਰਾ ਤੇ ਭੱਟ ਭਿਖਾਜੀ ਦੇ ਭਤੀਜੇ ਸਨ, ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਉਸਤਤ ਵਿੱਚ ਇੱਕ ਸਵਈਆ ਰਚਿਆ। ਇਸ ਸਵਈਏ 'ਚ ਉਹਨਾਂ ਨੇ ਗੁਰੂ ਦੀ ਬੜੀ ਵੱਡੀ ਵਡਿਆਈ ਕੀਤੀ। ਭੱਟ ਭੱਲ ਜੀ ਨੇ, ਇਹ ਆਪਾਂ ਨੂੰ ਤਕਰੀਬਨ ਇਹ ਸਵਈਆ ਯਾਦ ਹੀ ਹੁੰਦਾ ਸਾਰਿਆਂ ਨੂੰ। ਹਰ ਵਾਰੀ ਜਦੋਂ ਵੀ ਗੁਰੂ ਅਮਰਦਾਸ ਜੀ ਦਾ ਗੁਰਤਾ ਪੁਰਬ ਆਉਂਦਾ ਜਾਂ ਸਤਿਗੁਰਾਂ ਦਾ ਗੁਰੂ ਅਮਰਦਾਸ ਜੀ ਦਾ ਜਦੋਂ ਪ੍ਰਕਾਸ਼ ਪੁਰਬ ਆਉਂਦਾ, ਉਦੋਂ ਜ਼ਿਆਦਾਤਰ ਇਹ ਸਵਈਆ ਪੜ੍ਹਿਆ ਜਾਂਦਾ, ਜਿਹੜਾ ਆਪਾਂ ਹਰ ਰੋਜ਼ ਪੜ੍ਹਦੇ ਹਾਂ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨੇ ਜੋ ਗਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਇਹ ਆਪਾਂ ਜ਼ਿਆਦਾਤਰ ਸਵਈਆ ਪੜ੍ਹਦੇ ਹਾਂ, ਇਹ ਕਰੀਬ ਆਪਾਂ ਸਾਰਿਆਂ ਨੂੰ ਯਾਦ ਹੁੰਦਾ। ਫਿਰ ਅਗਲੇ ਜਿਹੜੇ ਭੱਟ ਹਨ ਸਾਧ ਸੰਗਤ, ਭੱਟ ਪਰਮਾਨੰਦ ਜੀ। ਇਹਨਾਂ ਨੂੰ ਜਿਹੜਾ ਹੈ ਪਰਮਾਨੰਦ ਭੱਟ, ਜਿਹੜੇ ਭੱਟ ਭਿਖਾਜੀ ਦੇ ਛੋਟੇ ਭਰਾ ਤੇ ਭੱਟ ਚੋਖਾ ਜੀ ਦੇ ਪਿਤਾ ਜੀ ਸਨ। ਭੱਟ ਚੋਖਾ ਜੀ ਦੇ ਪਿਤਾ ਜੀ ਤੇ ਭੱਟ ਭਿਖਾਜੀ ਦੇ ਛੋਟੇ ਭਰਾ ਸਨ। ਭੱਟ ਬਲ ਜੀ, ਭੱਟ ਹਰਬੰਸ ਤੇ ਭੱਟ ਕਲਸ ਆਪ ਜੀ ਦੇ ਭਰਾ ਸਨ, ਇਹਨਾਂ ਦੇ ਭਰਾ ਸਨ ਇਹ। ਤੇ ਇਹਨਾਂ ਨੇ ਗੁਰੂ ਰਾਮਦਾਸ ਜੀ ਦੀ ਉਸਤਤ ਦੇ ਵਿੱਚ 13 ਜਿਹੜੇ ਸਵਈਏ ਆ ਉਹ ਲਿਖੇ ਹਨ। 13 ਸਵਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਦਰਜ ਹਨ। ਤੇ ਇਹਨਾਂ ਨੇ ਆਪਣਾ ਨਾਂ ਉਹਨਾਂ ਸਵਈਆਂ ਦੇ ਵਿੱਚ ਗਿਆੰਦ ਕਰਕੇ ਲਿਖਿਆ। ਗਿਆੰਦ, ਗੱਗਾ ਜਈਏ ਟਿੱਪੀ ਦੱਦਾ, ਗਿਆੰਦ ਕਰਕੇ ਇਹਨਾਂ ਨੇ ਆਪਣਾ ਨਾਮ ਦਿੱਤਾ ਹੈ। ਪਰਮਾਨੰਦ ਤੇ ਗਿਆੰਦ ਇੱਕ ਹੀ ਹੈ ਨਾਮ ਇਹਨਾਂ ਦਾ। ਤੇ ਇਹ ਜਿਹੜੇ ਆ ਪਰ ਕਵੀ ਕਰਕੇ ਪਰਮਾਨੰਦ ਜੀ ਦਾ ਜਿਹੜਾ ਨਾਮ ਹੈ ਪਰਮਾਨੰਦ, ਗਿਆੰਦ ਕਰਕੇ ਇਹਨਾਂ ਦੱਸਿਆ, ਪਰ ਇਹ ਕਵੀ ਦਾ ਨਾਮ ਨਹੀਂ ਹੈ। ਪਰਮਾਨੰਦ ਜੋ 3 ਥਾਂ ਤੇ ਆਇਆ, ਅਸਲ ਨਾਮ ਇਹੋ ਪ੍ਰਤੀਤ ਹੁੰਦਾ। 3 ਥਾਈਂ ਇਹਨਾਂ ਨੇ ਸਵਈਆਂ ਦੇ ਵਿੱਚ ਨਾਮ ਜਿਹੜਾ ਪਰਮਾਨੰਦ ਵਰਤਿਆ। ਇਸੇ ਤਰ੍ਹਾਂ ਇਹਨਾਂ ਦਾ ਕੀ ਸਵਈਆ ਹੈ, ਨਾਮ ਸਾਰ ਹੀ ਹੈ ਧਾਰ ਤਦ ਵਿਕਾਰ ਮਨ ਗਿਆੰਦ ਸਤਿਗੁਰੂ 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 ਗੋਬਿੰਦ ਜੀ ਹੈ। ਤੇ ਇਹ ਵੀ ਗੱਲ ਯਾਦ ਰੱਖਣ ਯੋਗ ਹੈ, ਜੋ ਵਾਹਿਗੁਰੂ ਸ਼ਬਦ ਹੈ ਨਾ, ਵਾਹਿਗੁਰੂ 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 ਵਾਹਿ ਜੀ, ਉਹ ਵਾਹਿਗੁਰੂ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿਰਫ ਭੱਟਾਂ ਦੇ ਸਵਈਆਂ 'ਚ ਆਉਂਦਾ। ਤੇ ਉਹ ਸਵਈਏ ਜਿਹੜੇ ਆ ਭਗਤ ਭੱਟ ਪਰਮਾਨੰਦ, ਜਿਨ੍ਹਾਂ ਨੂੰ ਭੱਟ ਗਿਆੰਦ ਜੀ ਕਹਿੰਦੇ ਆ, ਇਹਨਾਂ ਦੇ ਸਵਈਆਂ 'ਚ ਵਾਹਿਗੁਰੂ ਨਾਮ ਦਾ ਜ਼ਿਕਰ ਹੈ। ਆਪ ਜੀ ਨੇ ਯਾਦ ਰੱਖਣਾ ਕਿ ਜੋ ਵਾਹਿਗੁਰੂ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਇਆ ਹੈ, ਉਹ ਸਿਰਫ ਭੱਟਾਂ ਦੇ ਸਵਈਆਂ ਦੇ ਵਿੱਚ ਆਇਆ ਹੈ। ਤੇ ਉਹ ਜਿਹੜਾ ਵਾਹਿਗੁਰੂ ਸ਼ਬਦ ਹੈ ਉਹ ਭੱਟ ਗਿਆੰਦ ਜੀ ਦੇ ਸਵਈਆਂ ਦੇ ਵਿੱਚ ਆਇਆ। ਠੀਕ ਹੈ ਜੀ। ਇਹ ਜਿਹੜਾ ਵਾਹਿਗੁਰੂ 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 ਵਾਹਿ ਜੀਓ ਕਵਲ ਰਹਿਣ ਮਧੁਰ ਬੈਣ ਕੋਟ ਸੈਣ ਸੰਗ ਸੋ, ਇਹ ਸਾਰਾ ਜਿਹੜਾ ਸਵਈਏ ਹਨ ਇਹ ਭੱਟ ਗਿਆੰਦ ਜੀ ਦੇ ਸਵਈਏ ਹਨ। ਅਗਲੇ ਭੱਟ ਹਨ ਜੀ ਭੱਟ ਹਰਬੰਸ ਜੀ। ਭੱਟ ਹਰਬੰਸ ਜੀ ਨੇ ਗੁਰੂ ਅਰਜਨ ਦੇਵ ਜੀ ਉਸਤਤ ਦੇ ਵਿੱਚ 2 ਇਹਨਾਂ ਨੇ ਸਵਈਏ ਉਚਾਰਨ ਕੀਤੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਆ। ਇਹਨਾਂ ਦੀ ਆਪਣੀ ਵੱਖਰੀ ਸ਼ੈਲੀ ਆ ਤੇ ਵੱਖਰੀ ਮਹਾਨਤਾ ਹੈ, ਵੱਖਰੀ ਮਹੱਤਤਾ ਰੱਖਦੇ ਇਹਨਾਂ ਦੇ ਸਵਈਏ। ਤੇ ਇਹਨਾਂ ਦੇ ਵਿੱਚ ਇਹਨਾਂ ਨੇ ਗੁਰੂ ਜੋਤ ਨੂੰ ਕਦੀ ਨਹੀਂ ਮਾਰਨ ਵਾਲੀ ਕਿਹਾ ਹੈ ਕਿ ਗੁਰੂ ਜੋਤ ਕਦੀ ਖਤਮ ਨਹੀਂ ਹੁੰਦੀ। ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਜਿੱਥੇ ਗੁਰੂ ਦੀ ਜੋਤ ਹੁੰਦੀ ਹੈ ਤੇ ਗੰਗਾ ਦਾ ਪ੍ਰਵਾਹ ਚੱਲ ਜਾਂਦਾ ਤੇ ਲੋਕੀ ਇਸ਼ਨਾਨ ਕਰਦੇ ਆ, ਮਨ ਉਹਨਾਂ ਦਾ ਪਵਿੱਤਰ ਹੁੰਦਾ ਹੈ। ਇਸ ਤਰ੍ਹਾਂ ਇਹਨਾਂ ਨੇ ਕਿਹਾ ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹੇ ਸ੍ਰੀ ਗੁਰੂ ਮੋਇ। ਕੌਣ ਕਹਿੰਦਾ ਸ੍ਰੀ ਗੁਰੂ ਮੋਇਓ, ਭਾਵ ਮਰ ਗਿਆ ਹੈ, ਗੁਰੂ ਕਦੀ ਨਹੀਂ ਮਰਦਾ। ਇਹਨਾਂ ਨੇ ਕਹਿ ਦਿੱਤਾ ਕਿ ਉਹ ਗੁਰੂ ਜਿਹੜਾ ਗੁਰੂ ਰਾਮਦਾਸ ਸੀ, ਉਹ ਗੁਰੂ ਅਰਜਨ ਰੂਪ ਹੋ ਕੇ ਅੱਜ ਗੁਰਤਾ ਗੱਦੀ ਤੇ ਬੈਠ ਗਿਆ।
ਇਹ ਹਰਬੰਸ ਜੀ ਨੇ ਆਪਣੇ ਸਵਈਆਂ ਦਾ ਸਾਰ ਦਿੱਤਾ ਹੈ। ਅਗਲੇ ਹਨ ਭੱਟ ਕੀਰਤ ਜੀ। ਭੱਟ ਕੀਰਤ ਜੀ ਜਿਹੜੇ ਹਨ ਭੱਟ ਭਿਖਾ ਜੀ ਦੇ ਪੁੱਤਰ ਸਨ ਤੇ ਇਹਨਾਂ ਦੇ 8 ਸਵਈਏ ਮਿਲਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਨ੍ਹਾਂ 'ਚ 4 ਦੇ ਵਿੱਚ ਇਹਨਾਂ ਨੇ ਗੁਰੂ ਅਮਰਦਾਸ ਜੀ ਦੀ ਉਸਤਤ ਕੀਤੀ ਆ ਤੇ 4 ਦੇ ਵਿੱਚ ਗੁਰੂ ਰਾਮਦਾਸ ਜੀ ਦੀ ਸਿਫਤ ਕੀਤੀ ਆ। ਤੇ ਭੱਟ ਅਨੁਸਾਰ ਗੁਰੂ ਅਮਰਦਾਸ ਜੀ ਦੀ ਜਿਹੜੀ ਜੋਤ ਹੈ ਪਰਮ ਜੋਤ ਹੈ, ਪਰਮ ਰੂਪ ਹੈ, ਸ਼ਬਦ ਰੂਪ ਹਨ ਤੇ ਨੂਰ ਰੂਪ ਹਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ। ਤੇ ਗੁਰੂ ਰਾਮਦਾਸ ਜੀ ਦੇ ਬਾਰੇ ਜਦੋਂ ਲਿਖਦੇ ਆ ਤੇ ਉਦੋਂ ਕਹਿੰਦੇ ਵਿਅਕਤੀਤਵ ਤੌਰ ਤੇ ਉਹਨਾਂ ਦੀ ਬੜੀ ਉਪਮਾ ਕਰਦੇ ਆ। ਤੇ ਭੱਟ ਕੀਰਤ ਜੀ ਨੇ ਜਿਹੜਾ ਹੈ ਕਿਹਾ ਹੈ ਕਿ ਉਹਨਾਂ ਦੀ ਜੋਤ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਤੇ ਉਹ ਜੋਤ ਚੰਦਨ ਵਰਗੀ ਸੁਗੰਧੀ ਵੰਡਦੀ ਹੋਈ ਧੰਨ ਗੁਰੂ ਰਾਮਦਾਸ ਜੀ ਦੇ ਵਿੱਚ ਪ੍ਰਵੇਸ਼ ਕਰ ਗਈ। ਇਸੇ ਤਰ੍ਹਾਂ ਆਪਾਂ ਇਹਨਾਂ ਦਾ ਇੱਕ ਸਵਈਆ ਆਪਾਂ ਸਾਰਿਆਂ ਨੂੰ ਬੜਾ ਯਾਦ ਹੈ, ਆਪਾਂ ਬਹੁਤ ਜ਼ਿਆਦਾ ਇਹ ਪੜ੍ਹਿਆ ਜਾਂਦਾ ਹੈ ਸਵਈਆ, ਜਿਹਦੇ ਵਿੱਚ ਜਿਹੜੀ ਉਸਤਤ ਹੈ ਉਹ ਗਾਈ ਗਈ ਹੈ। ਭੱਟ ਕੀਰਤ ਜੀ ਨੇ ਜਿਹੜੀ ਉਸਤਤ ਗਾਈ ਹੈ ਕਿ ਭੱਟ ਕੀਰਤ ਜੀ ਦਾ ਇਹ ਸਵਈਆ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਗਾਈ। ਇਹ ਜਿਹੜਾ ਸਵਈਆ ਆਪਾਂ ਬਹੁਤ ਪੜ੍ਹਦੇ ਹਾਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਬੜੇ ਚਿਰਾਂ ਤੋਂ ਭਟਕੇ ਹੋਏ ਸੀ, ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਹੀ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ, ਕਿ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਓ ਗੁਰੂ ਰਾਮਦਾਸ ਮਹਾਰਾਜ, ਅਸੀਂ ਬੜੇ ਭਟਕੇ ਹੋਏ ਹਾਂ, ਅਸੀਂ ਸਤ ਸੰਗਤ ਨਹੀਂ ਜਾਣੀ। ਤੇ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ। ਇਹ ਜਿਹੜਾ ਸਵਈਆ ਭੱਟ ਕੀਰਤ ਜੀ ਦਾ। ਤੇ ਇਸ ਭੱਟ ਕੀਰਤ ਜੀ ਜਿਹੜੇ ਆ ਇਹ ਪਹਿਲੀ ਜੰਗ ਜਿਹੜੀ ਅੰਮ੍ਰਿਤਸਰ ਦੀ ਹੋਈ ਆ, ਉਸ ਜੰਗ ਦੇ ਵਿੱਚ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸ਼ਹੀਦ ਹੋਏ। ਅਗਲੇ ਭੱਟ ਹਨ ਭੱਟ ਭਿਖਾ ਜੀ। ਭੱਟ ਭਿਖਾ ਜੀ ਭੱਟ ਰਈਆ ਜੀ ਦੇ ਸੁਪੁੱਤਰ ਸਨ ਤੇ ਇਹਨਾਂ ਦਾ ਜਨਮ ਜਿਹੜਾ ਉਹ ਸੁਲਤਾਨਪੁਰ ਵਿਖੇ ਕਹਿੰਦੇ ਹੋਇਆ ਮੰਨਿਆ ਗਿਆ, ਭੱਟ ਭਿਖਾ ਜੀ ਦਾ। ਤੇ ਭੱਟ ਕੀਰਤ, ਭੱਟ ਮਥੁਰਾ ਤੇ ਭੱਟ ਜਾਲਬ ਇਹਨਾਂ ਦੇ ਗਾਂ ਸੁਪੁੱਤਰ ਹੋਏ ਆ। ਤੇ ਗੁਰੂ ਅਮਰਦਾਸ ਜੀ ਦੇ ਸਿਫਤ ਵਿੱਚ ਇਹਨਾਂ ਨੇ 2 ਸਵਈਏ ਲਿਖੇ ਆ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਤੇ ਭੱਟ ਵਹੀ ਅਨੁਸਾਰ ਇਹਨਾਂ ਦੇ ਪਿਤਾ ਦਾ ਨਾਮ ਰਈਆ ਸੀ ਤੇ ਇਹਨਾਂ ਦੇ ਪੁੱਤਰ ਵੀ ਹੋਏ ਆ ਗਾਂ ਮੂਲ ਜਿਹੜੇ ਆ ਸੁਲਤਾਨਪੁਰ ਲੋਧੀ ਦੇ ਵਿੱਚ। ਤੇ ਉਹ ਜਿਹੜੇ ਆ ਉਹ ਉਸਤਤਾਂ ਕਰਦੇ ਸਨ ਰਾਜਿਆਂ ਮਹਾਰਾਜਿਆਂ ਦੀ। ਦੌਲਤ ਖਾਨ ਲੋਧੀ ਦੇ ਵੇਲੇ ਵੀ ਇਹਨਾਂ ਦੇ ਜਿਹੜੇ ਬਜ਼ੁਰਗ ਆ ਉਹ ਉਸਤਤਾਂ ਕਹਿੰਦੇ ਕਰਦੇ ਰਹੇ ਆ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਨਿਸ਼ਠਾਵਾਨ ਸਿੱਖ ਹੋਏ ਆਏ। ਭਾਈ ਗੁਰਦਾਸ ਜੀ ਨੇ ਇਹਨਾਂ ਦਾ ਜ਼ਿਕਰ ਆਪਣੀ ਇੱਕ ਵਾਰ ਦੇ ਵਿੱਚ ਵੀ ਕੀਤਾ ਹੈ ਕਿ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ ਵੀ ਇਹਨਾਂ ਦਾ ਇੱਕ ਜ਼ਿਕਰ ਕੀਤਾ ਕਿ ਇਹਨਾਂ ਨੇ ਆਪ ਵੀ ਕਿਹਾ ਕਿ ਹਰ ਨਾਮ ਛੋੜ ਦੂਜੇ ਲੱਗੇ, ਤਿਨਕੇ ਗੁਣੋਂ ਕਿਆ ਕਹੂੰ ਗੁਰਦਈਓ ਮਲਾਇਆ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ। ਕਿ ਜਿਹੜੇ ਹਰੀ ਨੂੰ ਨਾਮ ਨੂੰ ਛੱਡ ਕੇ ਹੋਰ ਪਾਸੇ ਲੱਗਦੇ ਆ ਉਹਨਾਂ ਦੇ ਬਾਰੇ ਗੱਲ ਹੀ ਨਾ ਕਰੋ। ਜਿਨ੍ਹਾਂ ਨੂੰ ਗੁਰੂ ਮਿਲ ਗਿਆ ਗੁਰਦਈਓ ਮਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ, ਉਹ ਜਿਵੇਂ ਗੁਰੂ ਰੱਖਦਾ ਉਵੇਂ ਰਹਿੰਦੇ ਆ। ਇਸ ਤਰ੍ਹਾਂ ਇਹਨਾਂ ਨੇ ਆਪਣੀ ਬਾਣੀ ਦੇ ਵਿੱਚ ਦੱਸਣਾ ਕੀਤਾ। ਅਗਲੇ ਭੱਟ ਹਨ ਭੱਟ ਮਥਰਾ ਜੀ। ਭੱਟ ਮਥਰਾ ਜੀ ਭੱਟ ਭਿਖਾ ਜੀ ਦੇ ਸੁਪੁੱਤਰ ਤੇ ਭੱਟ ਕੀਰਤ ਭੱਟ ਜਾਲਬ ਤੇ ਭਰਾ ਸਨ। 7 ਸਵਈਏ ਇਹਨਾਂ ਦੇ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਹਨ ਤੇ 7 ਹੀ ਸਵਈਏ ਇਹਨਾਂ ਦੇ ਗੁਰੂ ਅਰਜਨ ਦੇਵ ਜੀ ਦੀ ਉਸਤਤ ਦੇ ਵਿੱਚ ਦਰਜ ਹਨ। ਇਹਨਾਂ ਨੇ ਗੁਰੂ ਰਾਮਦਾਸ ਜੀ ਨੂੰ ਧਰਮ ਪੂਜਾ ਤੇ ਧਰਮ ਦੀ ਧੁਜਾ ਤੇ ਮਾਨ ਸਰੋਵਰ ਦਾ ਦਰਜਾ ਦਿੱਤਾ ਹੈ ਗੁਰੂ ਰਾਮਦਾਸ ਜੀ। ਤੇ ਕਹਿੰਦੇ ਆ ਕਿ ਜਿਹੜਾ ਸਤਿਗੁਰਾਂ ਦਾ ਗੁਰੂ ਰਾਮਦਾਸ ਜੀ ਦਾ ਜਿਹੜਾ ਸਰੋਵਰ ਹੈ ਉੱਥੇ ਗੁਰਮੁਖ ਆਉਂਦੇ ਆ ਤੇ ਉੱਥੋਂ ਪ੍ਰਾਪਤੀ ਕਰਕੇ ਵਾਪਸ ਜਾਂਦੇ। ਇਸੇ ਤਰ੍ਹਾਂ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਹਾਜ਼ ਕਰਕੇ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਕਲਯੁਗ ਦੇ ਵਿੱਚ ਜਹਾਜ਼ ਰੂਪ ਹਨ। ਤੇ ਇੱਥੋਂ ਤੱਕ ਵੀ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰੀ ਦਾ ਰੂਪ ਹਨ। ਭੰਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ, ਤਰਨ ਗਗਨ ਨਵ ਖੰਡ ਮੈਂ ਜੋਤ ਸਭ ਰੂਪੀ ਰਹੇ ਅਪਾਰ। ਪਰਮੇਸ਼ਰ ਦੀ ਅਕਾਲ ਪੁਰਖ ਦੀ ਉਸਤਤ ਵੀ ਇਹਨਾਂ ਨੇ ਕੀਤੀ ਹੈ ਜੋ ਸਤਿਗੁਰਾਂ ਦੇ ਰੂਪ ਦੇ ਵਿੱਚ ਇਹਨਾਂ ਨੇ ਕੀਤੀ ਹੈ। ਸੋ ਇਹ ਭੱਟ ਮਥੁਰਾ ਜੀ ਜਿਹੜੇ ਹਨ, ਇਹ ਵੀ ਭੱਟ ਮਥੁਰਾ ਜੀ ਵੀ ਅੰਮ੍ਰਿਤਸਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਹਨ। ਇਹਨਾਂ ਦੀ ਵੀ ਇੱਕ ਵਾਰਤਾ ਮਿਲਦੀ ਹੈ ਕਿ ਜਦੋਂ ਅੰਮ੍ਰਿਤਸਰ ਦੀ ਜੰਗ ਹੋਈ ਆ ਉਸ ਸਮੇਂ ਭੱਟ ਕੀਰਤ ਵਾਹਿਗੁਰੂ ਭੱਟ ਕੀਰਤ ਤੇ ਭੱਟ ਮਥੁਰਾ ਜੀ ਜਿਹੜੇ ਆ ਉਹ ਉਸ ਸਮੇਂ ਸ਼ਹੀਦ ਹੋਏ ਆ। ਸੋ ਇਹਨਾਂ ਦੀ ਜਦੋਂ ਬਾਣੀ ਨੂੰ ਵਿਚਾਰੀਏ ਤੇ ਉਦੋਂ ਸਾਧ ਸੰਗਤ ਵਿਚਾਰਨ ਵਾਲੇ ਥੋੜਾ ਜਿਹਾ ਭੁਲੇਖਾ ਖਾ ਜਾਂਦੇ ਆ। ਅਸਲ 'ਚ ਇਹਨਾਂ ਦੀ ਬਾਣੀ ਨੂੰ ਜਦੋਂ ਵਿਚਾਰਿਆ ਜਾਵੇ ਤੇ ਉਹਦੇ ਵਿੱਚ 3 ਤਰ੍ਹਾਂ ਦੀ ਜਿਹੜੇ ਸਰੂਪ ਸਾਨੂੰ ਮਿਲਦੇ ਇਹਨਾਂ ਦੀ ਬਾਣੀ 'ਚੋਂ। ਇੱਕ ਦਾਰਸ਼ਨਿਕ ਵਿਚਾਰ ਮਿਲਦੇ ਆ, ਇੱਕ ਭਾਸ਼ਾਈ ਤੌਰ ਤੇ ਇਹਨਾਂ ਦੀ ਬਾਣੀ ਬੜੀ ਵਿਸਤ੍ਰਿਤ ਆ,
फिर गुरु के सतोत्रां बारे भाव गुरु के रूपों के बारे इन्होंने बड़ा ही प्यारा जिहड़ा वो दस्सिया। जिवें गुरु नानक साहब जी के बारे गल कही है कि गुरु नानक साहब जी सतयुग के विच भी तू ही सी जिन्हें राजयोग माणिया, ते तू ही जिहड़ा बल राजे नूं छड़िया सी। फिर 52 अवतार बन के फिर त्रेते दे विच तुसीं ही राम बन के आए, ते तुसीं ही फिर जिहड़ा सी रघुवंश रघुवंशी बन के आए ते राम अखवाए। फिर द्वापर विच भी तुसीं कृष्ण बन के आए ते कंस नूं मार मुकाया। फिर तुसीं ही उग्रसैन नूं मथुरा दा राज दिता सी। ते इसे तरह कहते आ कि सतयुग तै माणियो छलियो बल बावन भायो, त्रेते तै माणियो तै दा अर्थ धन श्री गुरु नानक देव जी। तैते तै माणियो राम रघुवंश को कहायो, द्वापर कृष्ण मुरार कंस कृतार्थ कियो, उग्र सैन को राज अपै भगतै जन दियो। इस तरह इन्हां दे सोईए पढ़ लगिया जिहड़ा है मनुख कई बारी सोच लैंदा है कि शायद ये किसी देवी देवते की उस्तत है, पर नहीं। देखो भट्टां ने उस्तत करनी हुंदी आ, वो उस्तत गुरु नूं मुख रख के उन्होंने की। उन्होंने कहा कि तुसीं हो सारा कुछ, परमेश्वर रूप दे विच हो करके उस राम दे विच भी तुसीं सी, उस कृष्ण दे विच भी तुसीं सी, सारियां दे विच धन गुरु नानक देव जी महाराज आप ही उस समय तुसीं ही व्यापक सी। इसे तरह जो गुरु अंगद देव जी की उस्तत की है इन्होंने, तो उदों भी ऐ लगता कि जिवें गुरु अंगद देव जी ने इन्होंने जनक का अवतार आख्या हो, पर नहीं। असल दे विच उन्हां नूं गुरु अंगद देव जी नूं निर्लेप उन्होंने कहा कि जनक का जिहड़ा अवतार है वो तुहाडे विचों पैदा होया। इस तरह उन्होंने कहा कि तुसीं जनक दे अवतार नहीं है, असल जनक जिहड़ा है वो भी तुहाडे करके है। राजा जनक जिवें वो निर्लेप रहिंदा सी, उसे तरह महाराज तुसीं भी निर्लेप रहिंदे हो। वो माया दे विच नहीं सी आउंदा, गुरु अंगद देव जी तुसीं भी माया दे विच नहीं आउंदे। इस तरह इन्होंने उस्तत की है। तू तां जनक राजा अवतार, शब्द संसार सार, रहे जगतर जल पदम विचार। कि महाराज जिवें जनक राजा का अवतार सी ना, उस तरह महाराज तुसीं अवतार धारण किया है, तो तुसीं शब्द नूं कमाया है संसार दे विच, ते तुसीं जगतर दे विचों रहे जगतर जल पदम विचार। जिवें जल दे विच कमल का फुल निर्लेप रहिंदा है, इस तरह तुसीं जिहड़ा है संसार दे विच निर्लेप रहे हो। तो इस तरह जिहड़ा राजा जनक सी उहदे कोल भी धन पदार्थ बहुत सी, पर वह भी निर्लेप रहिंदा सी। इस करके जनक राजे का नाम इत्थे वरतिया। सो इसी तरह साध संगत होर कई जगह के उत्ते इहो जिहियां गल्लां मिलदियां, जिहदा करके जिहड़े आ पढ़न वाले वो कई बारी सोच लेंदे कि शायद ये किसी देवी जां वाहिगुरू अवतार की किसी की उस्तत की है, पर उहदे विच अवतार की उस्तत नहीं, सगों सतगुर इन्हां दा भट्टां दा वड्याउण दा ढंग सी गुरु साहिबानां नूं कि किवें सतगुरां ने इस जगत नूं ताਰਨ वास्ते अवतार धारण किया, तो किवें उन्होंने संसार नूं तारिया। सो इन्हां दी बाणी किन्नी किन्नी है, एक बारी आपां विस्तार दे नाल जिहड़ा गल कीती है। तो हुण आपां इन्हां दी बाणी दे बारे किहड़े-किहड़े शब्द मैं आप जी की स्क्रीन ते लै आवां ते सौखे ढंग दे नाल आप जी नूं समझ लग जावे सी। हाँ जी वाहिगुरू, आप जी की स्क्रीन उपर है 11 भट्टां दे नाम, ते नाल ही उन्हां भट्टां दा जिहड़ा है किन्ने किन्ने सोईए किहड़े किहड़े गुरु साहिबानां दे बारे आ। कल सहार जी के 10 सोईए गुरु नानक साहब जी की उस्तत विच हन, 10 गुरु अंगद देव जी की उस्तत विच हन, ते 9 सवैये गुरु अमरदास जी की उस्तत विच, गुरु रामदास जी उस्तत दे विच 13 सवैये कल सहार दे हन, गुरु अर्जन देव जी की उस्तत दे विच 12, ते कुल जोड़ इन्हां दा बनदा है 54। 54 ਜਿਹੜੇ ਸਵਈਏ ਭੱਟ ਕਲ ਸਹਾਰ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਜਾਲਪ ਭੱਟ ਜੀ ਦੇ 5 ਗੁਰੂ ਅਮਰਦਾਸ ਜੀ ਦੇ ਸਵਈਏ ਹਨ। ਗੁਰੂ ਅਮਰਦਾਸ ਜੀ ਦੀ ਉਸਤਤ ਕੀਤੀ ਹੈ 5 ਸਵਈਆਂ ਦੇ ਵਿੱਚ, ਤੇ ਬਸ ਹੋਰ ਇਹਨਾਂ ਦੇ ਕੋਈ ਸਵਈਏ ਨਹੀਂ ਆ। 5 ਇਹਨਾਂ ਦੀ ਗਿਣਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਲਪ ਭੱਟ ਜੀ ਦੇ 5 ਸਵਈਏ ਦਰਜ ਹਨ। ਭੱਟ ਕੀਰਤ ਜੀ ਇਹਨਾਂ ਦੇ ਗੁਰੂ ਅਮਰਦਾਸ ਜੀ ਦੇ ਪਰਥਾਏ 4 ਸਵਈਏ ਹਨ। गुरु रामदास जी के परथाए 4 सवैये हैं, तो कुल गिनती 8 बनती है। भट्ट कीरत जी के 8 सवैये श्री गुरु ग्रंथ साहिब के विच दर्ज हैं। तो भट्ट पिखा जी ने 2 सवैये उचारण किए गुरु अमरदास जी की उस्तत विच, कुल जोड़ जिहड़ा है 2 इन्हां दे सवैये हैं श्री गुरु ग्रंथ साहिब के विच। भट्ट सल जी 1 सवैया गुरु अमरदास जी के परथाए, 2 सवैये गुरु रामदास जी के परथाए, कुल गिनती 3 हो गई। इसे तरह जिहड़े भट्ट भल जी हैं 1 सवैया है इन्हां दा गुरु अमरदास जी की उस्तत विच, 1 सवैया इन्हां दा गुरु ग्रंथ साहिब जिहड़ा वो दर्ज है। नल भट्ट जी
16 ਸਵਈਏ ਇਹਨਾਂ ਨੇ ਗੁਰੂ ਰਾਮਦਾਸ ਜੀ ਦੀ ਉਸਤਤ ਦੇ ਵਿੱਚ ਉਚਾਰਨ ਕੀਤੇ ਆ ਤੇ ਕੁੱਲ ਜੋੜ ਜਿਹੜਾ ਹੈ ਉਹ ਇਹਨਾਂ ਦਾ 16 ਬਣਦਾ ਹੈ, ਕੁੱਲ ਜੋੜ 16। ਫਿਰ ਉਸ ਤੋਂ ਬਾਅਦ ਭੱਟ ਗਿਆੰਦ ਜੀ, ਭੱਟ ਗਿਆੰਦ ਜੀ ਦੇ ਜਿਹੜੇ ਆ ਉਹ 13 ਸਵਈਏ ਗੁਰੂ ਰਾਮਦਾਸ ਜੀ ਉਸਤਤ ਦੇ ਵਿੱਚ ਦਰਜ ਹਨ ਤੇ ਗੁਰੂ ਅਰਜਨ ਦੇਵ ਜੀ ਉਸਤਤ ਵਿੱਚ ਕੋਈ ਨਹੀਂ ਹੈ ਤੇ 16 ਸਵਈਏ ਇਹਨਾਂ ਦੇ ਕੁੱਲ ਬਣਦੇ ਆ। ਵਾਹਿਗੁਰੂ ਜੀ, ਭੱਟ ਗਿਆੰਦ ਜੀ ਦੇ 13 ਜਿਹੜੇ ਸਵਈਏ ਉਹ ਕੁੱਲ ਬਣਦੇ ਆ। ਭੱਟ ਮਥੁਰਾ ਦੇ 7 ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ, 7 ਹੀ ਗੁਰੂ ਅਰਜਨ ਦੇਵ ਜੀ ਦੇ ਉਸਤਤ ਵਿੱਚ, ਕੁੱਲ ਸਵਈਏ 14 ਬਣਦੇ ਆ। ਭੱਟ ਬਲ ਜੀ ਦੇ 5 ਸਵਈਏ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਹਨ ਤੇ ਕੁੱਲ 5 ਇਹਨਾਂ ਦੀ ਗਿਣਤੀ ਹੈ। 2 ਸਵਈਏ ਭੱਟ ਹਰਬੰਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਉਸਤਤ ਵਿੱਚ ਲਿਖੇ ਆ, ਕੁੱਲ ਜੋੜ ਜਿਹੜਾ ਹੈ ਉਹ 2 ਹੈ। ਸੋ ਇਸੇ ਤਰ੍ਹਾਂ ਇਹ ਸਾਰੇ ਸਵਈਆਂ ਦਾ ਕੁੱਲ ਜੋੜ ਜਿਹੜਾ ਹੈ ਉਹ 123 ਬਣਦਾ ਹੈ। ਤੇ ਜੇ ਆਪਾਂ ਗੱਲ ਕਰੀਏ ਕਿ ਕਿਹੜੇ ਗੁਰੂ ਸਾਹਿਬਾਨਾਂ ਦੇ ਕਿੰਨੇ ਸਵਈਏ ਹਨ, ਭਾਵ ਕਿਹੜੇ ਗੁਰੂ ਸਾਹਿਬਾਨਾਂ ਦੀ ਕਿੰਨੀ ਉਸਤਤ ਕੀਤੀ ਆ, ਗੁਰੂ ਨਾਨਕ ਦੇਵ ਜੀ ਦੀ ਉਸਤਤ 10 ਸਵਈਆਂ 'ਚ ਹੋਈ ਆ, ਗੁਰੂ ਅੰਗਦ ਦੇਵ ਜੀ ਦੀ ਉਸਤਤ 10 ਸਵਈਆਂ 'ਚ ਹੋਈ ਆ, ਗੁਰੂ ਅਮਰਦਾਸ ਜੀ ਦੀ ਉਸਤਤ 22 ਸਵਈਆਂ 'ਚ ਹੋਈ ਆ, ਗੁਰੂ ਰਾਮਦਾਸ ਜੀ ਦੀ ਉਸਤਤ 60 ਸਵਈਆਂ 'ਚ ਹੋਈ ਆ ਤੇ ਗੁਰੂ ਅਰਜਨ ਦੇਵ ਜੀ ਦੀ ਉਸਤਤ 21 ਸਵਈਆਂ ਦੇ ਵਿੱਚ ਹੋਈ ਹੈ। ਸੋ ਕੁੱਲ ਗਿਣਤੀ ਬਣਦੀ ਹੈ 123। ਤੇ ਇਸੇ ਤਰ੍ਹਾਂ ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖਿਆ ਕਿ ਕਲ ਤੇ ਟਲ, ਕਲ ਸਹਾਰ ਭੱਟ ਜਿਹੜੇ ਹਨ ਉਹਨਾਂ ਦਾ ਹੀ ਨਾਮ ਹੈ। ਜਲ ਜਿਹੜਾ ਹੈ ਉਹ ਉਪਨਾਮ ਹੈ ਜਾਲਪ ਭੱਟ ਜੀ ਦਾ। ਸਰਗੰਧ, ਜਲ ਤੇ ਦਾਸ ਭੱਟ ਕੋਈ ਵੀ ਇਸ ਜੱਥੇ ਦੇ ਵਿੱਚ ਸ਼ਾਮਲ ਨਹੀਂ ਸੀ। ਜਿਹੜਾ ਜੱਥਾ ਧੰਨ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ 11 ਭੱਟਾਂ ਦਾ ਆਇਆ, ਉਹਨਾਂ ਦੇ ਵਿੱਚ ਇਹ ਮੌਜੂਦ ਨਹੀਂ ਸਨ। ਸੋ ਇਸ ਤਰ੍ਹਾਂ ਸਾਧ ਸੰਗਤ ਆਪਾਂ ਭੱਟ ਬਾਣੀ ਜਿਹੜੀ ਹੈ ਉਹ ਤੋਂ ਇਹ ਪਤਾ ਲੱਗਦਾ ਕਿ ਇਹ ਜਿਹੜੇ ਭੱਟ ਸਨ ਇਹ ਇੱਕ ਵਿਸ਼ੇਸ਼ ਬ੍ਰਾਹਮਣ ਜਾਤੀ ਸੀ, ਜੋ ਸਰਾਵਤ ਬ੍ਰਾਹਮਣ ਆਪਣੇ ਆਪ ਨੂੰ ਕਹਿੰਦੇ ਸਨ। ਤੇ ਇਹਨਾਂ ਦਾ ਮੇਨ ਕਾਰਜ ਜਿਹੜਾ ਸੀ ਉਹ ਦੂਸਰਿਆਂ ਦੇ ਬਾਰੇ ਲਿਖਣਾ, ਜਾਣਨਾ ਤੇ ਉਹਨਾਂ ਦੀਆਂ ਕੁੱਲਾਂ ਦੇ ਬਾਰੇ ਜਾਣ ਕੇ ਜਾਣਕਾਰੀ ਰੱਖਣੀ। ਤੇ ਫਿਰ ਜਦੋਂ ਕੋਈ ਰਾਜਾ ਕੋਈ ਅਹੁਦੇ ਤੇ ਬੈਠਦਾ ਸੀ, ਕੋਈ ਵੱਡਾ ਪੁਰਖ, ਤੇ ਫਿਰ ਉਹਦੀ ਉਸਤਤ ਦੇ ਵਿੱਚ ਉਹਨਾਂ ਦੇ ਦਾਦਿਆਂ ਪੜਦਾਦਿਆਂ ਦੇ ਨਾਮ ਲੈ ਕੇ ਤੇ ਉਹਨਾਂ ਦੀ ਇਹ ਉਸਤਤ ਕਰਿਆ ਕਰਦੇ ਸਨ ਆਪਣੀਆਂ ਸਵਈਆਂ ਦੇ ਵਿੱਚ। ਸੋ ਸਾਧ ਸੰਗਤ, ਜੇ ਤੁਸੀਂ ਇਹਨਾਂ ਸਵਈਆਂ ਦੀ ਲੈ, ਇਹਨਾਂ ਸਵਈਆਂ ਨੂੰ ਸੁਣਨਾ ਹੈ, ਉਹ ਇੱਕ ਬਹੁਤ ਹੀ ਸੁਖੈਨ ਤੇ ਬੜਾ ਵਧੀਆ ਢੰਗ ਹੈ। ਉਹ ਢੰਗ ਹੈ ਜਦੋਂ ਅੰਮ੍ਰਿਤ ਵੇਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਹੁੰਦਾ ਹੈ ਤੇ ਉਸ ਸਮੇਂ ਜਿਹੜੇ ਸਵਈਏ ਪੜ੍ਹੇ ਜਾਂਦੇ ਆ ਉੱਚੀ ਹਿੱਕਾਂ ਲਾ ਕੇ, ਉਹ ਭੱਟਾਂ ਦੇ ਸਵਈਏ ਹੀ ਉਹ ਗੁਰਸਿੱਖ ਪਿਆਰੇ ਪੜ੍ਹਦੇ ਆ। ਉਹ ਭੱਟਾਂ ਦੇ ਸਵਈਏ ਗਾਏ ਜਾਂਦੇ ਉਸ ਸਮੇਂ, ਤੇ ਉਸ ਸਮੇਂ ਕੀਰਤਨ ਬੰਦ ਹੋ ਜਾਂਦਾ ਹੈ। ਆਸਾ ਦੀ ਵਾਰ ਦਾ ਕੀਰਤਨ ਪ੍ਰਕਾਸ਼ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਉਂਦਾ ਹੈ ਉਸ ਸਮੇਂ ਇਹ ਬੰਦ ਹੋ ਜਾਂਦੇ ਆ, ਕੀਰਤਨ ਬੰਦ ਹੋ ਜਾਂਦਾ ਹੈ। ਫਿਰ ਉਸ ਤੋਂ ਬਾਅਦ ਕੱਲਾ ਕੱਲਾ ਜਿਹੜਾ ਕਵੀ, ਕੱਲਾ ਕੱਲਾ ਗੁਰਮੁਖ ਪਿਆਰਾ ਉੱਠ ਕੇ ਜੋ ਭੱਟਾਂ ਨੇ ਸਵਈਏ ਲਿਖੇ ਆ ਉਹਨਾਂ ਸਵਈਆਂ ਨੂੰ ਗਾ ਕੇ ਤੇ ਗੁਰੂ ਸਾਹਿਬਾਨਾਂ ਦੀ ਉਸਤਤ ਕਰਦੇ ਆ ਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਆਸਾ ਦੀ ਵਾਰ ਆਰੰਭ ਹੁੰਦੀ ਹੈ। ਸੋ ਇਸ ਤਰ੍ਹਾਂ ਜਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜਿਹੜਾ ਹੈ ਉਹ ਸਵਈਏ ਪੜ੍ਹੇ ਜਾਂਦੇ। ਇੱਕ ਗੱਲ ਬੜੀ ਵਿਚਾਰਨਯੋਗ ਹੈ, ਮੈਂ ਕਹਿ ਕੇ ਸਮਾਪਤੀ ਕਰਾਂ ਕਿ ਕਿੰਨੇ ਰਾਜੇ ਮਹਾਰਾਜੇ ਹੋਏ ਸੰਸਾਰ ਦੇ ਉੱਤੇ ਤੇ ਉਹਨਾਂ ਦੀ ਉਸਤਤ ਗਾਉਣ ਵਾਲੇ ਵੀ ਪਤਾ ਨਹੀਂ ਕਿੰਨੇ ਹੋਏ ਆ। ਗੱਲ ਆਪ ਜੀ ਨੇ ਵਿਚਾਰਨਯੋਗ ਹੈ ਕਿ ਪਤਾ ਨਹੀਂ ਕਿੰਨੇ ਕੇ ਸੰਸਾਰ ਤੇ ਰਾਜੇ ਹੋਏ ਆ ਤੇ ਉਹਨਾਂ ਦੀ ਉਸਤਤ ਗਾਉਣ ਵਾਲੇ ਵੀ ਪਤਾ ਨਹੀਂ ਕਿੰਨੇ ਹੋਏ ਆ। ਤੇ ਸਾਧ ਸੰਗਤ, ਨਾ ਤੇ ਉਹ ਰਾਜੇ ਰਹੇ ਜੇ ਤੇ ਨਾ ਹੀ ਉਹ ਉਸਤਤ ਗਾਉਣ ਵਾਲੇ ਰਹੇ, ਨਹੀਂ ਨਾ ਰਹੇ। ਪਰ ਦੇਖੋ ਕਿੰਨੀ ਕਿਰਪਾ ਹੈ ਉਸ ਅਕਾਲ ਪੁਰਖ ਦੀ ਕਿ ਉਹ ਭੱਟ ਵੀ ਅੱਜ ਵੀ ਜਿਉਂਦੇ ਆ ਤੇ ਉਹ ਜਿਹੜਾ ਰਾਜੇ ਮਹਾਰਾਜੇ ਖਤਮ ਹੋ ਗਏ ਤੇ ਉਹ ਗੁਰੂ ਅੱਜ ਵੀ ਜਿਉਂਦਾ, ਜਿਹਦੇ ਪਰਥਾਏ ਉਹ ਸਵਈਏ ਉਚਾਰਨ ਕੀਤੇ ਆ, ਉਹ ਵੀ ਜਿਉਂਦਾ ਆ ਤੇ ਉਹ ਹਰ ਰੋਜ਼ ਸਵਈਏ ਸੁਣਦਾ ਤੇ ਉਹ ਗਾਉਣ ਵਾਲੇ ਜਿਹੜੇ ਭੱਟ ਆ ਉਹ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਬੈਠ ਕੇ ਉਹ ਸਵਈਏ ਉਚਾਰਨ ਕਰਦੇ ਆ। ਕਿੰਨੀ ਮਹਾਨਤਾ ਹੈ ਨਾ। ਦੇਖੋ ਸਾਰਾ ਕੁਝ ਨਾਸ਼ ਹੋਣ ਵਾਲਾ ਤੇ ਖਤਮ ਹੋ ਰਿਹਾ, ਪਰ ਉਹ ਭੱਟ ਵੀ ਜਿਉਂਦੇ ਰਹਿਣਗੇ ਜਿੰਨਾ ਚਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੁਗੋ ਜੁਗ ਅਟਲ ਜੀ ਸਰੂਪ ਹੈ। ਤੇ ਇਹ ਭੱਟ ਵੀ ਮਹਾਰਾਜ ਨੇ ਦੇਖੋ ਜਿਉਂਦੇ ਕਰਤੇ ਸਦਾ ਵਾਸਤੇ, ਸਦਾ ਵਾਸਤੇ ਉਸੇ ਹਰਿਮੰਦਰ ਦੇ ਵਿੱਚ ਇਹ ਭੱਟ ਵੀ ਗੁਰੂ ਸਾਹਿਬ ਦੀ ਉਸਤਤ ਕਰਦੇ ਰਹਿਣਗੇ। ਜਿਨ੍ਹਾਂ ਨੇ ਝੂਠਿਆਂ ਰਾਜਿਆਂ ਦੀ ਉਸਤਤਾਂ ਕੀਤੀਆਂ, ਨਾ ਤੇ ਉਹ ਰਾਜੇ ਰਹੇ ਤੇ ਨਾ ਹੀ ਉਹ ਭੱਟ ਜਿਹੜੇ ਭੱਟ ਸਨ ਉਹਨਾਂ ਦੀਆਂ ਉਸਤਤਾਂ ਕਰਨ ਵਾਲੇ ਕਵੀ ਉਹ ਵੀ ਨਹੀਂ ਰਹੇ। ਪਰ ਦੇਖੋ ਕਿੰਨੀ ਸਤਿਗੁਰਾਂ ਦੀ ਵਡਿਆਈ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਜੁਗੋ ਜੁਗਾ ਟਲ ਹੋ ਗਏ ਤੇ ਨਾਲ ਹੀ ਉਹ ਜਿਹੜੇ ਭੱਟ ਸਨ ਉਹ ਵੀ ਜੁਗੋ ਜੁਗਾ ਟਲ ਹੋ ਗਏ ਤੇ ਉਹ ਮਰਿਆਦਾ ਉਹਨਾਂ ਰਾਜਿਆਂ ਦੀ ਖਤਮ ਹੋ ਗਈ ਆ। ਅੱਜ ਕੋਈ ਸਵਈਏ ਨਹੀਂ ਪੜ੍ਹਦਾ ਤੇ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਇਹ ਮਰਿਆਦਾ ਅੱਜ ਵੀ ਕਾਇਮ ਹੈ
ਜਿਵੇਂ ਕੋਈ ਰਾਜਾ ਦਰਬਾਰ ਵਿੱਚ ਆਉਂਦਾ ਹੋਵੇ ਤੇ ਉਹਦੇ ਪ੍ਰਥਾਏ ਸੋਈਏ ਪੜ੍ਹੇ ਜਾਂਦੇ ਸਨ, ਉਹਦੇ ਪ੍ਰਥਾਏ ਕਵੀ ਜਿਹੜਾ ਸੀ ਉਹ ਆਣ ਕੇ ਕਵਿਤਾ ਗਾਉਂਦੇ ਸਨ। ਉਹ ਤੇ ਮਰਿਆਦਾ ਹੁਣ ਕਿਤੇ ਲੱਭਦੀ ਨਹੀਂ, ਪਰ ਜੇ ਇਹ ਪੁਰਾਤਨ ਮਰਿਆਦਾ ਦੇਖਣੀ ਹੋਵੇ ਤੇ ਆਪਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ, ਹਰਿਮੰਦਰ ਸਾਹਿਬ ਦੇ ਵਿੱਚ ਦੇਖ ਸਕਦੇ ਹਾਂ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਜਾ ਸਰੂਪ ਹੋ ਕਰਕੇ ਸੰਸਾਰ ਨੂੰ ਤਾਰਨ ਵਾਸਤੇ, ਪ੍ਰਕਾਸ਼ਮਾਨ ਹੋਣ ਵਾਸਤੇ ਸ਼੍ਰੀ ਹਰਿਮੰਦਰ ਸਾਹਿਬ ਵੱਲ ਨੂੰ ਆਉਂਦੇ ਆ। ਤੇ ਫਿਰ ਉਹਨਾਂ ਦੀ ਉਸਤਤ ਦੇ ਵਿੱਚ ਗੁਰਮੁਖ ਪਿਆਰੇ ਭੱਟਾਂ ਦੇ ਉਹਨਾਂ ਦੇ ਅੰਦਰ ਬੈਠ ਕੇ ਭੱਟ ਸਾਹਿਬਾਨ ਉਹਨਾਂ ਦੀ ਉਸਤਤ ਕਰਦੇ ਆ। ਇਹ ਪ੍ਰਥਾ ਅੱਜ ਤੋਂ ਨਹੀਂ, ਬੜੇ ਚਿਰ ਤੋਂ ਲਾਗੂ ਹੈ। ਤੇ ਆਪ ਜੀ ਜਦੋਂ ਵੀ ਅੰਮ੍ਰਿਤ ਵੇਲੇ ਟੀਵੀ ਕਿਤੇ ਲਾਓ ਜਾਂ ਆਪ ਜੀ ਨੂੰ ਉੱਥੇ ਜਾਣ ਦਾ ਮੌਕਾ ਮਿਲੇ ਤੇ ਤੁਸੀਂ ਇਹ ਸਵਈਏ ਸੁਣ ਸਕਦੇ ਹੋ। ਸੋ ਇਹ ਭੱਟਾਂ ਦੇ ਸਵਈਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1399 ਅੰਗ ਤੋਂ 1409 ਅੰਗ ਦੇ ਉੱਤੇ ਦਰਜ ਹਨ। ਸੋ ਇਹ ਆਪਾਂ ਭੱਟ ਸਾਹਿਬਾਨਾਂ ਦੇ ਬਾਰੇ ਸਾਧ ਸੰਗਤ ਵਿਚਾਰ ਕੀਤੀ ਆ ਕਿ ਕਿਵੇਂ ਦਾ ਜ਼ਿਆਦਾ ਜਾਣਕਾਰੀ ਉਹਨਾਂ ਦੇ ਜੀਵਨ ਬਾਰੇ ਨਹੀਂ ਸੀ। ਜਿੰਨੀ ਕੁ ਖੋਜ ਹੋਈ, ਜਿੰਨਾ ਕੁ ਪ੍ਰਾਪਤ ਹੋਇਆ, ਦਾਸ ਨੇ ਆਪ ਜੀ ਨਾਲ ਸਾਂਝਾ ਕੀਤਾ ਹੈ। ਜੇ ਆਪ ਜੀ ਨੂੰ ਉਹਨਾਂ ਦੇ ਬਾਰੇ ਕੁਝ ਜ਼ਿਆਦਾ ਪਤਾ ਹੋਏ ਤੇ ਆਪ ਜੀ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨੀ, ਗਾਂ ਵੀ ਕਿਤੇ ਆਪਾਂ ਉਹਨਾਂ ਗੱਲਾਂ ਨੂੰ ਐਡ ਕਰ ਸਕੀਏ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਜੇ ਆਪ ਜੀ ਨੇ ਕੁਝ ਪੁੱਛਣਾ ਹੈ ਜਾਂ ਕੁਝ ਸੁਝਾਅ ਦੇਣਾ ਹੈ ਤੇ ਕਿਰਪਾ ਕਰਕੇ ਆਪਣਾ ਮਾਈਕ ਔਨ ਕਰਕੇ ਦੱਸ ਸਕਦੇ ਹੋ। ਹਾਂਜੀ ਵਾਹਿਗੁਰੂ। ਵਾਹਿਗੁਰੂ। ਠੀਕ ਹੈ ਸਾਧ ਸੰਗਤ ਜੀ, ਆਪ ਸਭ ਸੰਗਤ ਦਾ, ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ ਸ਼ਾਮ ਦੀ ਸੰਥਿਆ ਦੀ ਕਲਾਸ ਵਿੱਚ, ਤੇ ਦਿਨ ਵੇਲੇ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਬੁਲਾਓ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।